ਸਤਨਾਮ ਸ੍ਰੀ ਵਾਹਿਗੁਰੂ ਜੀ। ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸਚ ਜੁਗਾਦਿ ਸਚ ਹੈ ਭੀ ਸਚ ਨਾਨਕ ਹੋਸੀ ਵੀ ਸਚ ਸਜਣ ਸੱਚਾ ਪਾਤਸ਼ਾਹ ਸਿਰ ਸਾਹੰਦ ਸਾਹ ਜਿਸ ਪਾਸ ਬੈਠਿਆ ਸੋਹੀਐ ਸਭਨਾਂ ਦਾ ਵਿਸਾਹੋ। ਸ੍ਰੀ ਵਾਹਿਗੁਰੂ ਸਾਹਿਬ ਜੀਓ। ਧਨਾਸਰੀ ਭਗਤ ਰਵਿਦਾਸ ਜੀ ਕੀ ਇਕ ਓੰਕਾਰ ਸਤਿਗੁਰ ਪ੍ਰਸਾਦ। ਹਮ ਸਰ ਦੀਨ ਦਇਆਲਨ ਤੁਮ ਸਾਰਾ ਆਪ ਬਦਿਆਰ ਕਿਆ ਕੀਜੈ। ਵਚਨੀ ਤੋਰ ਮੋਰ ਮਨ ਮਾਨੈ ਜਨ ਕਉ ਪੂਰਨ ਦੀਜੈ। ਹਮ ਸਰ ਦੀਨ ਦਇਆਲਨ ਤੁਮ ਸਰ ਆਪ ਬਦਿਆਰ ਕਿਆ ਕੀਜੈ। ਵਚਨੀ ਤੋਰ ਮੋਰ ਮਨ ਮਾਨੈ ਜਨ ਕਉ ਪੂਰਨ ਦੀਜੈ। ਹਉ ਬਲ ਬਲ ਜਾਉਰ ਮਈਆ ਕਾਰਣੇ ਕਾਰਨ ਗਵਨ ਅਬੋਲ ਰਹਾਉ। ਬਹੁਤ ਜਨਮ ਵਿਸਰੇ ਤੇ ਮਾਧੋ ਇਹੋ ਜਨਮ ਤੁਮਾਰੇ ਲਿਖੇ। ਕਹਿ ਰਵਿਦਾਸ ਆਸ ਲਗ ਜੀਵੋ ਚਿਰ ਭਇਓ ਦਰਸ਼ਨ ਦੇਖੇ। ਚਿੱਤ ਸਿਮਰਨ ਕਰੋ ਨੈਣ ਅਵਲੋਕਨ ਸ਼੍ਰਵਨ ਬਾਣੀ ਸੋ ਜਸ ਪੂਰ ਰਾਖੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੋਟ ਬ੍ਰਹਮੰਡਾਂ ਦੇ ਮਾਲਕ ਜੁਗੋ ਜੁਗੀ ਅਟਲ ਸ਼ਬਦਾ ਅਵਤਾਰ ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਹਜ਼ੂਰੀ ਦੇ ਵਿੱਚ ਜੁੜਮਨ ਬੈਠੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ। ਆਓ ਬੜੇ ਪਿਆਰ ਯਾਰ ਸਤਿਕਾਰ ਦੇ ਨਾਲ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮ ਗਤ ਮੇਰੀ।
जलन बुझी शीतल हुए मनुआ, सतगुर का दर्शन पाए जियो। सतगुਰਾਂ ਦੀ ਪਵਿੱਤਰ ਅੰਮ੍ਰਿਤ ਬਾਣੀ ਦੀ ਕਥਾ ਵਿਚਾਰ ਵਿਆਖਿਆ ਜੋ ਇਸ ਪਾਵਨ ਅਸਥਾਨ ਗੁਰਦੁਆਰਾ ਸਿੰਘ ਸ਼ਹੀਦਾਂ ਵਿਖੇ ਲੜੀਵਾਰ ਪ੍ਰਾਰੰਭ ਹੈ, ਸੋ ਸਰਵਣ ਕਰਕੇ ਲਾਹਾ ਪ੍ਰਾਪਤ ਕਰੋ। ਕੱਲ ਭਗਤ ਰਵਿਦਾਸ ਜੀ ਦੀ ਧਨਾਸਰੀ ਰਾਗਨੀ ਦੇ ਵਿੱਚ ਬਾਣੀ ਪ੍ਰਾਰੰਭ ਹੋਈ ਸੀ। ਇੱਕ ਸ਼ਬਦ ਦੀ ਕਥਾ ਵਿਚਾਰ ਆਪ ਜੀ ਨੇ ਸਰਵਣ ਕੀਤੀ ਹੈ, ਜਿਸ ਵਿੱਚ ਭਗਤ ਜੀ ਪ੍ਰਭੂ ਦੇ ਨਾਲ ਆਪਣੇ ਪ੍ਰੇਮ ਨੂੰ ਜਨਾ ਰਹੇ ਹਨ ਕਿ हे ਵਾਹਿਗੁਰੂ ਜੀ, ਹਮ ਸਰ ਦੀਨ ਦਇਆਲ ਨਾ ਤੁਮ ਸਰ। ਸਾਡੇ ਵਰਗਾ ਕੋਈ ਗਰੀਬ ਨਹੀਂ, ਤੁਹਾਡੇ ਵਰਗਾ ਕੋਈ ਦਿਆਲੂ ਕਿਰਪਾਲੂ ਨਹੀਂ ਹੈ। ਤੋਸੋ ਨਾ ਨਾਥ ਅਨਾਥ ਨਾ ਮੋਸਰ। ਇਹ ਭਾਈ ਗੁਰਦਾਸ ਸਾਹਿਬ ਜੀ ਨੇ ਸਾਰੀ ਕਵਿਤ ਦੇ ਵਿੱਚ ਨਿਮਰਤਾ ਭਰਪੂਰ ਇੰਝ ਹੀ ਬੇਨਤੀਆਂ ਕੀਤੀਆਂ ਨੇ। ਮਹਾਰਾਜ ਆਪ ਜੀ ਨੇ ਦਇਆ ਕਰਕੇ ਦਰਸ਼ਨ ਦਿੱਤੇ ਹਨ, ਪਰ ਮੇਰੇ ਨਾਲ ਬੋਲਦੇ ਕਿਉਂ ਨਹੀਂ? ਆਪ ਪਤਿਆਰ ਕਿਆ ਕੀਜੈ, ਹੁਣ ਮੇਰਾ ਪਤਿਆਵਾ ਕੀ ਤੁਸੀਂ ਲੈ ਰਹੇ ਹੋ? ਬਚਨੀ ਤੋਰ ਮੋਰ ਮਨ ਮਨ। ਤੁਹਾਡੇ ਸਰੂਪ ਲਖਣਾ ਵਾਲੇ ਸਤਿਨਾਮ ਵਾਹਿਗੁਰੂ ਰੋ ਮਿੱਠੇ ਬਚਨਾਂ ਦੇ ਮੇਰਾ ਮਨ ਮੰਨ ਗਿਆ। ਜਨ ਕੋ ਪੂਰਨ ਦੀਜੈ, ਮੈਨੂੰ ਸੇਵਕ ਨੂੰ ਪੂਰਨ ਬ੍ਰਹਮਾਨੰਦ ਬਖਸ਼ਿਸ਼ ਕਰਨਾ ਕਰੋ। ਹਾਉ ਬਲ ਬਲ ਜਾਉ ਰਮਈਆ ਕਾਰਨੇ, ਹੇ ਸਰਬ ਵਿਆਪਕ ਪਰਮੇਸ਼ਰ, ਆਪ ਜੀ ਦੇ ਪ੍ਰਾਪਤੀ ਵਾਸਤੇ ਮੈਂ ਮਨ ਬਣੀ ਸਰੀਰ ਕਰਕੇ ਬਲਿਹਾਰ ਕੁਰਬਾਨ ਜਾਂਦਾ ਹਾਂ। ਕਾਰਨ ਕਾਮਨਿਆ ਬੋਲ, ਹੇ ਪਰਮੇਸ਼ਰ ਜੀ, ਆਪ ਜੀ ਦੇ ਪ੍ਰੇਮ ਦੇ ਵਸ ਮੈਂ ਆਪ ਦਾ ਨਾਮ ਜਪਿਆ, ਭਗਤੀ ਕੀਤੀ। ਆਪ ਨੇ ਦਇਆ ਕਰਕੇ ਮੈਨੂੰ ਦਰਸ਼ਨ ਬਖਸ਼ੇ ਨੇ। ਫਿਰ ਤੁਹਾਡੇ ਚੁੱਪ ਹੋਣ ਦਾ ਕੀ ਕਾਰਨ ਹੈ? ਆਪ ਬੋਲਦੇ ਕਿਉਂ ਨਹੀਂ? ਰਹਾਉ ਬਹੁਤ ਜਨਮ ਵਿਸਰੇ ਥੇ ਮਾਧੋ, हे ਮਾਇਆਪਤੀ ਪਰਮੇਸ਼ਰ, ਆਪ ਜੀ ਤੋਂ ਅਨੇਕਾਂ ਜਨਮਾਂ ਦੇ ਵਿਛੜੇ ਹੋਏ, ਇਹੋ ਜਨਮ ਤੁਮਹਾਰੇ ਲੇਖੇ। ਹੁਣੇ ਮਨੁੱਖਾ ਜਨਮ ਆਪ ਜੀ ਦੀ ਪ੍ਰਾਪਤੀ ਜਾਂ ਭਗਤੀ ਕਰਨ ਵਾਸਤੇ ਤੁਹਾਡੇ ਅਰਥ ਲੱਗ ਜਾਵੇ, ਪ੍ਰਵਾਨ ਹੋ ਜਾਵੇ। ਇਹ ਸਾਡੇ ਦਿਲ ਦੀ ਮਨ ਦੀ ਭਾਵਨਾ ਹੈ। ਕਹਿ ਰਵਿਦਾਸ ਆਸ ਲਗ ਜੀਮੋ, ਚਿਰ ਭਇਓ ਦਰਸ਼ਨ ਦੇਖੇ। ਰਵਿਦਾਸ ਜੀ ਕਹਿੰਦੇ, हे ਪਰਮੇਸ਼ਰ, ਮੈਂ ਤਾਂ ਆਪਦੇ ਦਰਸ਼ਨ ਦਿਦਾਰਿਆਂ ਦੀ ਆਸਾ 'ਚ ਲੱਗਾ ਹੋਇਆ ਹੀ ਜਿਉਂਦਾ ਹਾਂ, ਕਿਉਂਕਿ ਆਪਦੇ ਦਰਸ਼ਨ ਦਿਦਾਰੇ ਵੇਖਿਆ ਬਹੁਤ ਸਮਾਂ ਹੋ ਗਿਆ ਸੀ। ਹੁਣ ਤੁਸੀਂ ਬੋਲਦੇ ਹੀ ਨਹੀਂ, ਕਾਰਨ ਕੀ ਹੈ? ਭਗਤ ਰਵਿਦਾਸ ਜੀ ਨੂੰ ਜਦ ਪਰਮੇਸ਼ਰ ਨੇ ਪਹਿਲੀ ਵਾਰ ਸਰਗੁਣ ਸਰੂਪ ਦੇ ਵਿੱਚ ਦਰਸ਼ਨ ਬਖਸ਼ੇ ਤਾਂ ਆਪ ਜੀ ਨੇ ਸ੍ਰੀ ਰਾਗ ਦੀ ਭਗਤ ਬਾਣੀ ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ, ਇਹ ਪਾਵਨ ਉਪਦੇਸ਼ ਉਚਾਰਿਆ, ਇਹ ਸ਼ਬਦ ਉਚਾਰਿਆ। ਦੂਜੀ ਵਾਰ ਦਰਸ਼ਨ ਹੋਏ ਤਾਂ ਸੋਰਠ ਰਾਗਨੀ ਦੀ ਭਗਤ ਬਾਣੀ ਦੇ ਵਿੱਚ ਜਬ ਹਮ ਹੋਤੇ ਤਬ ਤੂੰ ਨਾਹੀ, ਅਬ ਤੂੰ ਹੀ ਮੈਂ ਨਾਹੀ, ਅਨਲ ਅਗਮ ਜੈਸੇ ਲਹਿਰ ਮਯੋਦਦ, ਜਲ ਕੇਵਲ ਜਲ ਮਾਹੀ। ਇਹ ਪਾਵਨ ਸ਼ਬਦ ਉਚਾਰਿਆ। ਇੰਨੇ ਪ੍ਰੇਮ ਵਾਲੇ ਬਚਨ ਸੁਣ ਕੇ
ਪਰਮੇਸ਼ਰ ਜੀ ਬੋਲੇ। ਜਦ ਹੁਣ ਤੀਜੀ ਵਾਰ ਦਰਸ਼ਨ ਹੋਏ ਤੇ ਪਿਆਰ 'ਚ ਗਿੱਝ ਕੇ ਬੇਨਤੀ ਕੀਤੀ, ਕਾਰਨ ਕਮਨਾ ਬੋਲ ਕੇ ਆਪਦੇ ਬੋਲਣ ਦਾ ਕੀ, ਨਾ ਬੋਲਣ ਦਾ ਕੀ ਕਾਰਨ ਹੈ, ਬੋਲ ਆਪ ਚੁੱਪ ਕਿਉਂ ਹੋ। ਜਦ ਇਹ ਬੇਨਤੀਆਂ ਕੀਤੀਆਂ, ਪਾਵਨ ਸ਼ਬਦ ਉਚਾਰਿਆ, ਤਾਂ ਨਿਮਰਤਾ ਪਿਆਰ ਵਾਲੀ ਬਚਨ ਸੁਣ ਕੇ ਪਰਮੇਸ਼ਰ ਜੀ ਬੋਲੇ। ਹਰ ਗਲਵਕੜੀ ਵਿੱਚ ਲੈ ਕੇ ਕਹਿਣ ਲੱਗੇ ਕਿ ਹੇ ਰਵਿਦਾਸ, ਮੰਗ ਜੋ ਕੁਝ ਮੰਗਣਾ ਹੈ। ਤਾਂ ਰਵਿਦਾਸ ਜੀ ਨੇ ਜੋ ਜੋ ਚੀਜ਼ਾਂ ਮੰਗੀਆਂ ਉਸ ਬਾਬਤ ਹੁਣ ਅਗਲੇ ਸ਼ਬਦ ਦੇ ਵਿੱਚ ਬੇਨਤੀ ਕਰ ਰਹੇ ਨੇ। ਪਿਆਰ ਭਰੀ ਭਗਤਾਂ ਦੀ ਬਾਣੀ ਦੀ ਕਥਾ ਆਪ ਬੜੇ ਧਿਆਨਪੂਰਵਕ ਸਰਵਣ ਕਰੋ। ਰਸਨਾਂ ਦੀ ਪਵਿੱਤਰਤਾ ਵਿੱਚ ਇੱਕ ਵਾਰ ਉਚਾਰਨ ਕਰੋ, ਸਤਨਾਮ ਸ੍ਰੀ ਵਾਹਿਗੁਰੂ ਜੀ। ਸ੍ਰੀ ਵਾਹਿਗੁਰੂ ਸਾਹਿਬ ਜੀਓ। ਚੇਤਾ ਸਿਮਰਨ ਕਰੋ, ਨੈਣ ਅਵਲੋਕਨ। ਹੇ ਪਰਮੇਸ਼ਰ ਜੀ, ਹੇ ਵਾਹਿਗੁਰੂ ਜੀ, ਮੈਂ ਹਿਰਦੇ ਦੇ ਵਿੱਚ ਆਪ ਜੀ ਦਾ ਸਿਮਰਨ ਭਜਨ ਕਰਦਾ ਰਹਾ। ਇਹ ਮੇਰੇ 'ਤੇ ਕਿਰਪਾ ਕਰੋ। ਹਰ ਪ੍ਰਤੱਖ ਅੱਖਾਂ ਦੇ ਨਾਲ ਆਪ ਜੀ ਦੇ ਸਰਗੁਣ ਸਰੂਪ ਦੇ ਵਿੱਚ ਮੈਂ ਆਪ ਦੇ ਦਰਸ਼ਨ ਵੇਖਦਾ ਰਹਾ। ਐਸੀ ਮੇਰੇ 'ਤੇ ਕਿਰਪਾ ਕਰੋ, ਕਿਉਂਕਿ ਗੁਰਬਾਣੀ ਵਿੱਚ ਗੁਰੂ ਸਾਹਿਬਾਂ ਦਾ ਹੁਕਮ ਹੈ, ਨੇਤਰੀ ਸਤਿਗੁਰ ਪੇਖਣਾ। ਸ਼ਲੋਕ ਮਹੱਲਾ ਪੰਜਵਾ। ਅੰਤਰ ਗੁਰ ਆਰਾਧਨਾ, ਜਿਹਵਾ ਜਪ ਗੁਰ ਨਾਉ। ਨੇਤਰੀ ਸਤਿਗੁਰ ਪੇਖਣਾ, ਸਰਵਣੀ ਸੁਣਨਾ ਗੁਰ ਨਾਉ। ਸਤਿਗੁਰ ਸੇਤੀ ਰਤਿਆਂ, ਦਰਗਹਿ ਪਾਈਐ ਠਾਉ। ਕਹੋ ਨਾਨਕ ਕਿਰਪਾ ਕਰੇ, ਜਿਸ ਨੂੰ ਇਹ ਵਤ ਦੇ। ਜਗ ਮੈਂ ਉਤਮ ਕਾਢੀਐ, ਬਿਰਲੇ ਕੇਈ ਕੇ। ਅੱਖਾਂ ਦੀ ਸਫਲਤਾ ਇਹ ਤਾਂ ਹੈ ਜੇਕਰ ਅਸੀਂ ਗੁਰੂ ਜੀ ਦੇ, ਵਾਹਿਗੁਰੂ ਜੀ ਦੇ ਦਰਸ਼ਨ ਕਰਾਂਗੇ। ਆਨੰਦ ਸਾਹਿਬ ਦੇ ਵਿੱਚ ਵੀ ਸਾਹਿਬਾਂ ਦਾ ਹੁਕਮ ਹੈ, ਇਹ ਨੇਤਰੋ ਮੇਰੇ ਹੋ, ਹਰ ਤੁਮ ਮਹਿ ਜੋਤ ਧਰੀ। ਹਰ ਬਿਨ ਅਵਰ ਨਾ ਦੇਖੋ ਕੋਈ, ਹਰ ਬਿਨ ਅਵਰ ਨਾ ਦੇਖੋ ਕੋਈ। ਨਦਰੀ ਹਰ ਨੇ ਹਲਿਆ, ਇਹੋ ਵਿਸ ਸੰਸਾਰ ਤੁਮ ਦੇਖਦੇ। ਇਹੋ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ। ਗੁਰ ਪ੍ਰਸਾਦੀ ਬੁਝਿਆ, ਜਾਂ ਵੇਖਾ ਹਰ ਇੱਕ ਹੈ। ਹਰ ਬਿਨ ਅਵਰ ਨਾ ਕੋਈ, ਕਹੈ ਨਾਨਕ ਇਹ ਨੇਤਰ ਅੰਧ ਸੇ। ਸਤਿਗੁਰ ਮਿਲਿਆ ਦਿਵ ਦ੍ਰਿਸ਼ਟ ਹੋਈ। ਨੇਤਰਾਂ ਦੀ ਸਫਲਤਾ ਗੁਰੂ ਭਗਵਾਨ ਦੇ ਦਰਸ਼ਨਾਂ ਦੇ ਨਾਲ ਹੈ। ਭਗਤਾਂ ਦਾ ਵਾਹਿਗੁਰੂ ਜੀ ਦੇ ਦਰਸ਼ਨਾਂ ਪ੍ਰਤੀ ਇੰਨਾ ਪਿਆਰ ਸੀ ਕਿ ਜੋ ਭਗਤ ਸੂਰਦਾਸ ਜੀ ਹੋਏ ਨੇ, ਸੂਰਦਾਸ ਜੀ, ਜਦ ਉਹਨਾਂ ਨੂੰ ਵਾਹਿਗੁਰੂ ਜੀ ਦੇ ਦਰਸ਼ਨ ਹੋਏ ਤਾਂ ਪ੍ਰਭੂ ਪਰਮਾਤਮਾ ਨੇ ਆਖਿਆ ਕਿ ਦੱਸੋ ਭਗਤ ਜੀ, ਆਪ ਜੀ ਕੀ ਚਾਹੁੰਦੇ ਹੋ। ਕਹਿੰਦੇ ਮਹਾਰਾਜ ਚਾਹੁੰਨਾ ਕੀ ਹੈ, ਤੁਹਾਡੇ ਦਰਸ਼ਨ ਹੋ ਗਏ, ਇਹ ਆਪ ਦੀ ਕਿਰਪਾ ਹੋ ਗਈ, ਇਸ ਤੋਂ ਵੱਧ ਹੋਰ ਕੀ ਚਾਹੀਦਾ ਹੈ। हे महाराज, दुनियावी पदार्थ सब झूठे ने। मैं क्या मांगो कि स्थिर ना रहाई। हर दीजा नाम प्यारी जियो,
ਆਪਦੇ ਨਾਮ ਦੀ ਬਖਸ਼ਿਸ਼ ਕਰੋ। ਵੱਧ ਤੋਂ ਵੱਧ ਹੋਰ ਨਾਮ ਜਪਾਂ। ਮਾਰੇ ਕਹਿੰਦੇ ਫਿਰ ਵੀ ਕੁਛ ਨਾ ਕੁਛ ਤਾਂ ਜ਼ਰੂਰ ਮੰਗੋ, ਸਾਡਾ ਮਨ ਤਾਂ ਪ੍ਰਸੰਨ ਹੋਏਗਾ। ਤਾਂ ਉਸ ਵਕਤ ਤੁਸੀਂ ਸੱਚ ਨਹੀਂ ਮੰਨਣਾ। ਭਗਤ ਸੂਰਦਾਸ ਜੀ ਨੇ ਕੀ ਆਖਿਆ ਕਿ ਹੇ ਰੱਬ ਜੀ, ਇਹ ਵਾਹਿਗੁਰੂ ਜੀ, ਕਿਉਂਕਿ ਜਦ ਮਹਾਰਾਜ ਦੇ ਦਰਸ਼ਨ ਹੋਏ ਨੇਤਰਾਂ 'ਚ ਜੋਤ ਆ ਗਈ। ਬੇਨਤੀ ਕੀਤੀ ਕਿ ਮੈਂ ਆਪ ਤੋਂ ਬਗੈਰ ਹੁਣ ਕਿਸੇ ਹੋਰ ਨੂੰ ਦੇਖਣਾ ਨਹੀਂ ਚਾਹੁੰਦਾ। ਇਹਨਾਂ ਨੇਤਰਾਂ ਦੇ ਵਿੱਚ ਜਿਵੇਂ ਆਪ ਦੇ ਹੁਣ ਦਰਸ਼ਨ ਹੋਏ ਨੇ, ਜ਼ਿੰਦਗੀ ਭਰ ਇਸੇ ਤਰ੍ਹਾਂ ਹੀ ਸਰੋ ਵਸਿਆ ਰਹੇ। ਬਾਹਰੀ ਵੇਖਣ ਦੇ ਨਾਲ ਬਿਰਤੀ ਖਿੰਡ ਸਕਦੀ ਹੈ। ਇਸ ਵਾਸਤੇ ਆਪ ਕਿਰਪਾ ਕਰੋ, ਇਹਨਾਂ ਨੇਤਰਾਂ ਦੇ ਵਿੱਚ ਆਪ ਦਾ ਸਰੂਪ ਵਸ ਜਾਏ, ਇਹ ਬਖਸ਼ਿਸ਼ ਕਰੋ। ਤੇ ਨੇਤਰ ਉਸੇ ਤਰ੍ਹਾਂ ਹੀ ਬੰਦ ਕਰ ਦਿਓ ਤਾਂ ਕਿ ਮੈਂ ਕਿਸੇ ਹੋਰ ਨੂੰ ਨਾ ਦੇਖਾਂ। ਇੰਜ ਵੇਖੋ, ਭਗਤਾਂ ਨੇ ਬੇਨਤੀ ਕੀਤੀ, ਜਬ ਦੇਖਾਂ ਤਬ ਗਾਵਾਂ। ਨਾਮਦੇਵ ਜੀ ਦਾ ਪਿਆਰ ਹੈ। ਕਹਿੰਦੇ ਹੇ ਵਾਹਿਗੁਰੂ, ਜਦ ਮੈਂ ਤੈਨੂੰ ਦੇਖਾਂਗਾ, ਤੇਰੇ ਦਰਸ਼ਨ ਕਰਾਂਗਾ, ਤਾਂ ਹੀ ਤੈਨੂੰ ਗਾਵਾਂਗਾ। ਆਮ ਤੌਰ 'ਤੇ ਮੰਨਿਆ ਜਾਂਦਾ ਹੈ ਕਿ ਭਗਤੀ ਕਰਨ ਤੋਂ, ਨਾਮ ਜਪਣ ਤੋਂ ਵਾਹਿਗੁਰੂ ਜੀ ਦੇ ਦਰਸ਼ਨ ਹੁੰਦੇ ਨੇ। ਪਹਿਲਾਂ ਨਾਮ ਜਪੋ, ਭਗਤੀ ਕਰੋ, ਉਸ ਦੇ ਗੁਣ ਗਾਉਣ ਤੋਂ ਹੀ ਉਹਦੇ ਦਰਸ਼ਨ ਹੁੰਦੇ ਨੇ। ਪਰ ਹੇ ਵਾਹਿਗੁਰੂ, ਜਿੰਨਾ ਚਿਰ ਮੈਂ ਤੈਨੂੰ ਦੇਖਿਆ ਹੀ ਨਹੀਂ, ਉਹਨਾਂ ਚਿਰ ਮੈਂ ਤੇਰੇ ਗੁਣ ਕਿਵੇਂ ਗਾਵਾਂਗਾ। ਸੱਚਮੁੱਚ ਹੀ ਜਦ ਕਿਸੇ ਇਨਸਾਨ ਨੂੰ ਆਪਾਂ ਜਾਣਦੇ ਨਹੀਂ, ਉਹਨੂੰ ਮਿਲੇ ਨਹੀਂ, ਤਾਂ ਫਿਰ ਉਹਦੀ ਸਿਫਤ ਕਿਵੇਂ ਕਰ ਸਕਦੇ ਹਾਂ। ਇਸੇ ਹੀ ਭਾਵ ਨੂੰ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਵੇਖੋ ਪਿਆਰ ਦੇ ਵਿੱਚ ਲਿਆ ਹੈ। ਅਜੇ ਸੁਲਤਾਨਪੁਰ ਲੋਧੀ 'ਚ ਹੱਟ ਸਾਹਿਬ ਦੀ ਕਾਰ ਕਰ ਰਹੇ ਸਨ, ਤੇ ਵਿੱਚ ਹੀ ਉਪਰਾਮ ਹੋ ਕੇ ਜਦ ਹਿਸਾਬ ਕਿਤਾਬ ਹੋਇਆ ਤਾਂ ਮਹੀਨੇ ਵਿੱਚ ਇਸ ਤਰ੍ਹਾਂ ਹੀ ਪ੍ਰਵੇਸ਼ ਹੋ ਗਏ ਜਿਵੇਂ ਇਸ਼ਨਾਨ ਕਰਨ ਗਏ ਹੋਣ। ਸੇਵਕ ਬਸਤਰ ਲੈ ਕੇ ਖੜਾ ਰਿਹਾ, ਪਰ ਲਗਾਤਾਰ 3 ਦਿਨ ਗੁਰੂ ਸਾਹਿਬ ਜੀ ਆਲੋਪ ਰਹੇ। 3 ਦਿਨਾਂ ਦੌਰਾਨ ਵਾਹਿਗੁਰੂ ਜੀ ਦੇ ਦਰਸ਼ਨ ਪਾਏ। ਪ੍ਰਭੂ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਜੀ ਦੇ ਪਾਸੋਂ ਸਾਧ ਸੰਗਤ ਜੀਓ ਮਹਾਮੰਤਰ ਗੁਰਪ੍ਰਸਾਦ ਤੱਕ ਪ੍ਰਾਪਤ ਕੀਤਾ। ਫਿਰ ਜਪ ਉਚਾਰਿਆ, ਨਾਨਕ ਹੋਸੀ ਵੀ ਸੱਚ ਤੱਕ ਮੂਲ ਮੰਤਰ ਉਚਾਰ ਕੇ ਸੋਚੈ ਸੋਚ ਨਾ ਹੋਵੇ। ਇਸ ਪੰਕਤੀ ਤੋਂ ਲੈ ਕੇ ਖੇਤੀ ਛੁੱਟੀ ਨਾਲ ਸ਼ਲੋਕ ਪੜ੍ਹ ਕੇ ਸਮਾਪਤੀ ਕੀਤੀ। ਵਾਹਿਗੁਰੂ ਜੀ ਇੰਨੇ ਪ੍ਰਸੰਨ ਹੋਏ, ਖੁਸ਼ ਹੋਏ। ਭਾਈ ਬਾਲਾ ਜੀ ਵਾਲੀ ਜਨਮ ਸਾਖੀ ਦੇ ਵਿੱਚ ਜ਼ਿਕਰ ਆਉਂਦਾ ਹੈ ਕਿ ਵਾਹਿਗੁਰੂ ਜੀ ਕਹਿਣ ਲੱਗੇ, ਹੇ ਸ੍ਰੀ ਗੁਰੂ ਨਾਨਕ ਦੇਵ ਜੀ, ਮੈਨੂੰ ਤਾਂ ਸਭ ਪਰਮਾਤਮਾ ਕਰਕੇ ਜਾਣਦੇ ਨੇ, ਵਾਹਿਗੁਰੂ ਜੀ ਕਰਕੇ ਜਾਣਦੇ ਨੇ, ਪਰ ਤੁਹਾਨੂੰ ਗੁਰੂ ਪਰਮੇਸ਼ਰ ਕਰਕੇ ਸੰਸਾਰ ਜਾਣੇਗਾ। ਤੁਹਾਡਾ ਨਾਮ ਲੈ ਕੇ ਸੰਸਾਰ ਦਾ ਭਲਾ ਹੋਵੇਗਾ। ਪਰਮੇਸ਼ਰ ਤਾਂ ਤੁਸੀਂ ਹੀ ਹੈ ਹੀ, ਗੁਰੂ ਪਰਮੇਸ਼ਰ। ਜਾਓ ਜਾ ਕੇ ਉਪਦੇਸ਼ ਦੇਵੋ। ਸੋ ਜਿਸ ਵਕਤ ਦਰਸ਼ਨ ਹੋਏ ਸੀ ਤਾਂ ਮਹਾਰਾਜ ਨੇ ਪੁੱਛਿਆ ਕਿ ਹੇ ਸ੍ਰੀ ਗੁਰੂ ਨਾਨਕ ਦੇਵ ਜੀ, ਤੁਸੀਂ ਕਾਰਜ ਕਰ ਰਹੇ ਹੋ?
ਜਿਸ ਕਾਰਜ ਵਾਸਤੇ ਤੁਹਾਨੂੰ ਭੇਜਿਆ ਸੀ ਕਿ ਉਹ ਕਾਰਜ ਤੁਸੀਂ ਕਰ ਆਏ ਹੋ। ਤਾਂ ਬੇਨਤੀ ਕੀਤੀ, ਹੇ ਵਾਹਿਗੁਰੂ ਜੀ, ਹੇ ਅਕਾਲ ਪੁਰਖ ਜੀ, ਸੰਸਾਰ ਦੀ ਮਰਿਆਦਾ ਹੈ ਕਿ ਜਿੰਨਾ ਚਿਰ ਪਹਿਲਾਂ ਇਨਸਾਨ ਨੇ ਆਪ ਗੁਰੂ ਨਾ ਧਾਰਿਆ ਹੋਵੇ, ਭਾਵੇਂ ਕੋਈ ਅਵਤਾਰ ਵੀ ਹੋਵੇ, ਇਹ ਦੁਨੀਆ ਦੀ ਮਰਿਆਦਾ ਹੈ ਕਿ ਅੱਗੇ ਉਹੀ ਉਪਦੇਸ਼ ਦੇ ਸਕਦਾ ਜਿਹੜਾ ਆਪ ਗੁਰੂ ਵਾਲਾ ਹੋਵੇਗਾ। ਤੇ ਹੁਣ ਸੰਸਾਰ ਦੇ ਵਿੱਚ ਤਾਂ ਕੋਈ ਪੂਰਾ ਹੈ ਨਹੀਂ। ਆਪ ਕਿਰਪਾ ਕਰਕੇ ਗੁਰੂ ਬਣ ਕੇ ਜੋ ਮੈਨੂੰ ਉਪਦੇਸ਼ ਸਰਵਣ ਕਰਵਾਉਂਗੇ, ਉਹੀ ਮੈਂ ਅੱਗੇ ਦੁਨੀਆ ਦੇ ਵਿੱਚ ਸਰਵਣ ਕਰਵਾਵਾਂਗਾ। ਉਹ ਪੰਜਵੇਂ ਪਾਤਸ਼ਾਹ ਦੇ ਬਚਨ ਨੇ। ਸ੍ਰੀ ਸੁਖਮਨੀ ਸਾਹਿਬ ਜੀ ਬਾਣੀ ਦਾ ਆਖਰੀ ਸ਼ਲੋਕ ਹੈ। ਸ਼ਲੋਕ ਪੂਰਾ ਪ੍ਰਭ ਆਰਾਧਿਆ, ਪੂਰਾ ਜਾ ਕਾ ਨਾਮ, ਨਾਨਕ ਪੂਰਾ ਪਾਇਆ, ਪੂਰੇ ਕੇ ਗੁਣ ਗਾਓ। ਪੂਰੇ ਪ੍ਰਭੂ ਦਾ ਹੀ ਮੈਂ ਆਰਾਧਨ ਕਰਦਾ ਹਾਂ। ਤੁਹਾਥੋਂ ਬਗੈਰ ਕੌਣ ਉਪਦੇਸ਼ ਦੇਵੇਗਾ? ਆਪ ਕਿਰਪਾ ਕਰਕੇ ਉਪਦੇਸ਼ ਬਖਸ਼ੋ। ਤਾਂ ਫਿਰ ਵਾਹਿਗੁਰੂ ਜੀ ਨੇ ਗੁਰਪ੍ਰਸਾਦ ਤੱਕ ਮਹਾਮੰਤਰ ਬਖਸ਼ਿਆ। ਬਾਬੇ ਨਾਨਕ ਨੇ ਜਪ ਉਚਾਰਿਆ। ਉਸਤਤੀ ਸੁਣ ਕੇ ਵਾਹਿਗੁਰੂ ਜੀ ਇੰਨੇ ਪ੍ਰਸੰਨ ਹੋਏ, ਘੁੱਟ ਕੇ ਗਲਵਕੜੀ ਪਾਈ, ਆਖਿਆ, ਹੇ ਗੁਰੂ ਪਰਮੇਸ਼ਰ, ਹੁਣ ਤੁਸੀਂ ਜਾਓ, ਜਾ ਕੇ ਸਰਬੱਤ ਦਾ ਭਲਾ ਕਰੋ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਤੁਸੀਂ ਦੱਸੋ। ਭਾਈ ਗੁਰਦਾਸ ਸਾਹਿਬ ਜੀ ਨੇ ਲਿਖਿਆ ਹੈ, ਭਾਵੇਂ ਕਿ ਗੁਰੂ ਸਾਹਿਬ ਪਰਮੇਸ਼ਰ ਸੀ, ਪਰ ਦੁਕਾਨ ਦੇ ਵਿੱਚ, ਹੱਟ ਸਾਹਿਬ ਦੇ ਵਿੱਚ ਕਾਰ ਸੇਵਾ ਕਰਦਿਆਂ ਹੋਇਆਂ ਹੀ ਵਾਹਿਗੁਰੂ ਦੀ ਪ੍ਰਾਪਤੀ ਹੋਈ, ਪ੍ਰਭੂ ਦੇ ਦਰਸ਼ਨ ਹੋਏ। ਤੇ ਸਾਰੀ ਉਮਰ ਖੜੀ ਲੱਤ, ਨੰਗੇ ਤੜ, ਨੰਗੇ ਚਰਨੀ। ਉਦੋਂ ਆਵਾਜਾਈ ਦੇ ਸਾਧਨ ਵੀ ਕੋਈ ਨਹੀਂ ਸਨ। ਅੱਜ ਵੇਖੋ ਦੁਨੀਆ ਨੂੰ ਲੱਗ ਪਤਾ ਗਿਆ। ਆ ਬੱਸਾਂ, ਗੱਡੀਆਂ, ਮੋਟਰਾਂ, ਸਾਡੀਆਂ ਕਾਰਾਂ ਵੀ ਖੜੀਆਂ ਨੇ। ਬੰਦਾ 4 ਕਦਮ ਨਹੀਂ ਜਾ ਸਕਦਾ। ਸਭ ਕੁਝ ਬੰਦ ਹੋਇਆ। ਕਿੰਨਾ ਔਖਾ ਹੋ ਗਿਆ। ਜਿਨ੍ਹਾਂ ਘਰਾਂ ਨੂੰ ਜਾਣਾ, ਆਪਾਂ ਤਾਂ ਘਰਾਂ 'ਚ ਬੈਠੇ ਹਾਂ। ਜਿਹੜੇ ਪਰਦੇਸੀ ਵਿਚਾਰੇ ਕਈ ਮੀਲਾਂ ਉਹਨਾਂ ਦਾ ਦੂਰ ਘਰ ਹੈ, ਮਿਹਨਤ ਮਜ਼ਦੂਰੀ ਰੋਜੀ ਰੋਟੀ ਵਾਸਤੇ ਘਰ ਤੋਂ ਬਾਹਰ ਆਏ ਹੋਏ ਨੇ, ਆਪਣੇ ਸੰਬੰਧੀਆਂ ਨੂੰ ਮਿਲਣ ਵਾਸਤੇ ਕਿੰਨਾ ਤੜਪ ਰਹੇ ਨੇ। ਕਿੰਨਾ ਔਖਾ ਹੋਇਆ ਪਿਆ ਲੋਕਡਾਊਨ ਦੇ ਵਿੱਚ। ਕਈ ਤਾਂ ਤੁਰ ਤੁਰ ਕੇ ਹੀ ਕਹਿੰਦੇ 15-15 ਦਿਨਾਂ ਦੇ ਵਿੱਚ ਉੱਤਰ ਪ੍ਰਦੇਸ਼, ਯੂਪੀ, ਬਿਹਾਰ ਆਦਿਕਾਂ ਦੇ ਵਿੱਚ ਸੜਕਾਂ ਬੰਦ, ਰੇਲ ਗੱਡੀ ਦੀ ਲਾਈਨ ਦੇ ਉੱਪਰ ਤੁਰ ਤੁਰ ਕੇ। ਕਈਆਂ ਵਿਚਾਰਿਆਂ ਨੂੰ ਰਾਹਾਂ ਦਾ ਵੀ ਨਹੀਂ ਪਤਾ। ਗੱਡੀ ਦੀ ਲਾਈਨ ਤਾਂ ਉੱਧਰ ਨੂੰ ਹੀ ਜਾਂਦੀ ਆ। ਆਹ ਮੁੰਡੇ 2-4 ਦਿਨਾਂ ਦੇ ਵਿੱਚ ਫਿਰੋਜ਼ਪੁਰ ਪਹੁੰਚੇ। ਵੇਖੋ ਕਿੰਨਾ ਔਖਾ ਹੈ। ਜੇ ਆਪਾਂ ਕਦੀ ਸੋਚੀਏ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਵਕਤ ਕੋਈ ਹਵਾਈ ਜਹਾਜ਼ ਸੀਗਾ, ਕੋਈ ਰੇਲ ਗੱਡੀ ਸੀਗੀ, ਕੋਈ ਬੱਸ ਗੱਡੀ ਮੋਟਰ ਸੀ। ਪ੍ਰਭੂ ਦੇ ਪਿਆਰ ਦੇ ਵਿੱਚ ਉਹਨਾਂ ਨੇ, ਜੁੱਤੀ ਵੀ ਟੁੱਟ ਜਾਂਦੀ ਹੋਏਗੀ, ਤੁਰ ਤੁਰ ਕੇ ਕਿੰਨਾ ਚਿਰ ਕਾਟ ਕੱਢਦੀ ਹੋਊਗੀ। ਨੰਗੇ ਚੰਨੀ ਵੇਖੋ ਪ੍ਰਚਾਰ ਕੀਤਾ। ਸਾਰੀ ਉਮਰ ਸਰਬੱਤ ਦਾ ਭਲਾ ਕਰਕੇ। ਤੇ ਉਸ ਤੋਂ ਬਾਅਦ ਭਾਈ ਗੁਰਦਾਸ ਜੀ ਕਹਿੰਦੇ ਨੇ ਕਿ ਕਰਤਾਰਪੁਰ ਸਾਹਿਬ ਨਗਰ ਜਿਸ ਵਕਤ ਵਸਾਇਆ, ਪਹਿਲੋਂ ਪਾਇਆ ਬਾਬੇ ਬਖਸ਼ਦਰ। ਵੇਈ ਨਦੀ ਦੇ ਦੁਆਰਾ ਪ੍ਰਵੇਸ਼ ਕਰਕੇ ਸੱਚਖੰਡ ਦੇ ਵਿੱਚ ਵਾਹਿਗੁਰੂ ਜੀ ਦੇ ਦਰਸ਼ਨ ਪਾ ਕੇ
ਪਹਿਲੋਂ ਬਾਬੇ ਗੁਰੂ ਨਾਨਕ ਸਾਹਿਬ ਨੇ ਬਖਸ਼ਿਸ਼ ਦਾ ਦਰ, ਪ੍ਰਭੂ ਦੇ ਦਰਸ਼ਨ ਪਾਏ। ਉਸ ਤੋਂ ਬਾਅਦ ਕਾਲ ਕਮਾਈ ਕੀਤੀ, ਯਾਨੀ ਗੁਰਮਤਿ ਪ੍ਰਚਾਰ ਕੀਤਾ। ਤੇ ਕਰਤਾਰ ਸਾਹਿਬ ਵਿਸ਼ੇਸ਼ ਤੌਰ ਤੇ ਮਹਾਰਾਜ ਨੇ ਨੰਗੇ ਚਰਨੀ ਰੋੜਾਂ ਦੇ ਉੱਪਰ ਤੁਰ ਕੇ ਤੇ ਰੋੜਾਂ ਦੇ ਉੱਪਰ ਚੌਂਕੜਾ ਮਾਰ ਕੇ, ਜਾਂ ਥੱਕ ਜਾਂਦੇ ਤਾਂ ਚੌਂਕੜਾ ਮਾਰ ਕੇ ਰੋੜਾਂ ਤੇ ਬੈਠ ਜਾਂਦੇ। ਇੱਕ ਹੱਦ ਕੀਤੀ ਹੋਈ ਸੀ ਕੰਡਿਆਲੀ ਤਾਰ ਲਾ ਕੇ, ਕਦੀ ਉੱਠ ਕੇ ਉਹ ਰੋੜਾਂ ਦੇ ਉੱਪਰ ਤੁਰਨ ਲੱਗ ਪੈਂਦੇ, ਕਦੀ ਬੈਠ ਜਾਂਦੇ। ਜਦ ਦੁਨਿਆਵੀ ਤੌਰ ਤੇ ਭੁੱਖ ਲੱਗਦੀ, ਭੁੱਖ ਤਾਂ ਲੱਗਦੀ ਨਹੀਂ ਸੀ, ਰੇਤ ਦਾ ਫੱਕਾ ਮਾਰਦੇ, ਜ਼ਹਿਰੀਲੇ ਅੱਕਾਂ ਨੂੰ ਚੱਕ ਵੱਢਦੇ। ਇੰਨਾ ਪਿਆਰ ਪ੍ਰਭੂ ਦੇ ਨਾਲ। ਦਰਸ਼ਨ ਪਹਿਲਾਂ ਪਾਏ, ਪ੍ਰਭੂ ਦੇ ਗੁਣ ਪਹਿਲਾਂ ਗਾਏ ਨੇ ਦਰਸ਼ਨ ਪਾ ਕੇ, ਤੇ ਬਖਸ਼ਿਸ਼ ਪਹਿਲਾਂ ਪਾ ਲਈ, ਕਮਾਈ ਬਾਅਦ ਵਿੱਚ ਕੀਤੀ। ਪਹਿਲੋਂ ਪਾਇਆ ਬਾਬੇ ਬਖਸ਼ਦਾਰ, ਪਿੱਛੋਂ ਦੇ ਕਰ ਕਾਲ ਕਮਾਈ। ਰੇਤ ਅੱਕ ਆਹਾਰ ਕਰ, ਰੋੜਾਂ ਦੀ ਗੁਰ ਕਰੀ ਵਿਛਾਈ। ਰੇਤ ਤੇ ਅੱਕ ਆਪਣਾ ਭੋਜਨ ਬਣਾ ਲਿਆ ਤੇ ਸਾਹਿਬਾਂ ਨੇ ਰੋੜਾਂ ਦੀ ਵਿਛਾਈ ਕੀਤੀ। ਬਹੁਤ ਸਖਤ ਕਮਾਈ ਕੀਤੀ, ਖੇਤੀ ਕਰਕੇ ਗੁਰੂ ਕਾ ਲੰਗਰ ਚਲਾਇਆ। ਇਉਂ ਨਾਮਦੇਵ ਜੀ ਕਹਿੰਦੇ ਨੇ ਕਿ ਜਦ ਮੈਂ ਮਹਾਰਾਜ ਤੈਨੂੰ ਦੇਖਿਆ ਹੀ ਨਹੀਂ, ਤੈਨੂੰ ਗਾਵਾਂਗਾ ਕਿ ਅਮੁੱਲ ਗੁਣ ਅਮੁੱਲ ਵਪਾਰ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਵਾਹਿਗੁਰੂ ਨੂੰ ਦੇਖਿਆ, ਉਸ ਤੋਂ ਬਾਅਦ ਉਹਦੇ ਅਮੋਲਕ ਗੁਣਾਂ ਦਾ ਵਰਣਨ ਕੀਤਾ ਜਪਜੀ ਸਾਹਿਬ ਦੇ ਵਿੱਚ। ਅਮੁੱਲ ਗੁਣ ਅਮੁੱਲ ਵਪਾਰ, ਅਮੁੱਲ ਵਪਾਰੀ ਅਮੁੱਲ ਭੰਡਾਰ। ਅਮੁੱਲ ਆਵੇ ਮੁੱਲ ਜਾਹੇ, ਅਮੁੱਲ ਭਾਏ ਅਮੁੱਲਾ ਸਮਾਹੇ। ਅਮੁੱਲ ਧਰਮ ਅਮੁੱਲ ਦੀਵਾਨ, ਅਮੁੱਲ ਤੁਲ ਅਮੁੱਲ ਪ੍ਰਮਾਣ। ਅਮੁੱਲ ਬਖਸ਼ੀਸ ਅਮੁੱਲ ਨਿਸ਼ਾਨ, ਅਮੁੱਲ ਕਰਮ ਅਮੁੱਲ ਫਰਮਾਨ। ਅਮੁੱਲੋ ਅਮੁੱਲ ਆਖਿਆ ਨਾ ਜਾਏ, ਆਖ ਆਖ ਰਹੇ ਲਵਲਾਏ। ਆਖੈ ਵੇਦ ਪਾਠ ਪੁਰਾਣ, ਆਖੈ ਪੜ੍ਹੇ ਕਰੇ ਵਖਿਆਨ। ਬੇਅੰਤ ਗੁਣ ਪ੍ਰਭੂ ਦੇ ਜਪਜੀ ਸਾਹਿਬ ਦੇ ਵਿੱਚ ਵਰਣਨ ਕੀਤੇ। ਜਦ ਦੇਖਿਆ ਤੇ ਤਾਂ ਹੀ ਵਰਣਨ ਹੋਏ। ਪਹਿਲੀ ਵਾਰ ਸ੍ਰੀ ਜਪਜੀ ਸਾਹਿਬ ਤੁਰ ਦਰਗਾਹ ਸੱਚਖੰਡ ਦੇ ਵਿੱਚ ਪ੍ਰਭੂ ਦੇ ਸਨਮੁਖ ਉਚਾਰਿਆ। ਦੂਸਰੀ ਵਾਰ ਸਿੱਧਾਂ ਨਾਲ ਚਰਚਾ ਕਰਦਿਆਂ ਸੁਮੇਰ ਪਰਬਤ ਤੇ ਉਚਾਰਿਆ। ਸੰਪਰਦਾਇ ਗਿਆਨੀ ਇਹ ਮੰਨਦੇ ਨੇ ਕਿ ਤੀਸਰੀ ਵਾਰ ਜਦ ਸ੍ਰੀ ਗੁਰੂ ਅੰਗਦ ਦੇਵ ਜੀ ਜਦ ਪਾਵਨ ਲਹਿਣਾ ਜੀ ਦੇ ਰੂਪ ਦੇ ਵਿੱਚ ਸਨ, ਸਿੱਧਾਂ ਦੇ ਪੁੱਛਣ ਤੋਂ ਸਾਹਿਬਾਂ ਨੂੰ ਬੇਨਤੀ ਕੀਤੀ ਕਿ ਸਾਡਾ ਮਾਲਾ ਮੰਤਰ ਕੀ ਹੈ, ਤਾਂ ਤੀਸਰੀ ਵਾਰ ਮਹਾਰਾਜ ਨੇ ਪਾਵਨ ਸ੍ਰੀ ਲਹਿਣਾ ਜੀ ਨੂੰ ਸ੍ਰੀ ਜਪਜੀ ਸਾਹਿਬ ਮਾਲਾ ਮੰਤਰ ਦੇ ਰੂਪ ਦੇ ਵਿੱਚ ਬਖਸ਼ਿਸ਼ ਕੀਤਾ, ਉਚਾਰਿਆ। ਤੋਹੀ ਵਾਹਿਗੁਰੂ, ਸਾਡਾ ਇੰਨਾ ਤੇਰੇ ਨਾਲ ਪਿਆਰ ਹੈ। ਸਰਵਣ ਬਾਣੀ ਸੋ ਜਸ ਪੂਰ ਰੱਖੋ, ਚਿਤ ਸਿਮਰਨ ਕਰੋ ਨੈਣ ਅਵਲੋਕਨ। ਮੈਂ ਚਿੱਤ ਦੇ ਵਿੱਚ ਆਪ ਦਾ ਸਿਮਰਨ ਕਰਦਾ ਹਾਂ। ਜਦ ਸਿਮਰਨ ਕੀਤਾ ਫਿਰ ਆਪ ਦੇ ਦਰਸ਼ਨ ਹੋਏ। ਨੇਤਰਾਂ ਦੇ ਨਾਲ ਮੈਂ ਆਪ ਜੀ ਦੇ ਦਰਸ਼ਨ ਪਾ ਰਿਹਾ ਹਾਂ। ਬਾਣੀ ਸੋ ਜਸ ਪੂਰ ਰੱਖੋ, ਅਤੇ ਕੰਨਾਂ ਦੇ ਨਾਲ ਆਪ ਜੀ ਦੀ ਬਾਣੀ ਜੋ ਸ੍ਰੇਸ਼ਟ ਜਸ ਦੇ ਨਾਲ ਭਰੀ ਹੋਈ ਹੈ, ਇਹ ਮਹਾਰਾਜ ਮੈਂ ਆਪਣੇ ਹਿਰਦੇ ਦੇ ਵਿੱਚ ਸੋ ਕੰਨਾਂ ਦੁਆਰਾ ਬਾਣੀ ਸਰਵਣ ਕਰਕੇ ਵਸਾ ਰਿਹਾ ਹਾਂ। ਇਸੇ ਤਰ੍ਹਾਂ ਨੇਤਰ ਕਿਹੜੇ ਨੇ? ਮਨ ਤੇ ਬੁੱਧ ਰੂਪ ਨੇਤਰ ਨੇ। ਇਹਨਾਂ ਨਾਲ ਮੈਂ ਆਪ ਜੀ ਦੇ ਦਰਸ਼ਨ ਕਰਦਾ ਹਾਂ। ਤੇ ਸ਼ਰਵਣ ਜੋ ਕੰਨਾਂ ਨੂੰ ਆਪ ਜੀ ਦੀ ਸ੍ਰੇਸ਼ਟ ਜਸ ਰੂਪ ਬਾਣੀ ਨਾਲ ਮਹਾਰਾਜ ਭਰੀ ਰੱਖਦਾ ਹਾਂ, ਜਾਂ ਕੰਨਾਂ ਦੁਆਰਾ ਆਪ ਜੀ ਦੀ ਸ੍ਰੇਸ਼ਟ ਜਸ ਵਾਲੀ ਬਾਣੀ ਨੂੰ ਸੁਣ ਕਰਕੇ ਤੇ ਹਿਰਦਾ ਭਰੀ ਰੱਖਦਾ ਹਾਂ। ਇਹ ਆਪ ਜੀ ਦੀ ਹੀ ਕਿਰਪਾ ਹੈ, ਜਾਂ ਤੁਹਾਡੇ ਚਰਨਾਂ ਵਿੱਚ ਇਹ ਅਰਦਾਸ ਹੈ ਕਿ ਮਹਾਰਾਜ ਆਪਣੇ ਕੰਨਾਂ ਦੁਆਰਾ ਆਪ ਦੀ ਸ੍ਰੇਸ਼ਟ ਜਸ ਨਾਲ ਭਰੀ ਹੋਈ ਬਾਣੀ ਮੈਂ ਹਮੇਸ਼ਾ ਹੀ ਸੁਣਦਾ ਰਹਾ, ਕਿਉਂਕਿ ਦੁੱਖ ਰੋਗ ਸੰਤਾਪ ਉਤਰੇ ਸੋਹਣੀ ਸੱਚੀ ਬਾਣੀ। ਤੁਰ ਕੀ ਬਾਣੀ ਆਈ ਤਿਨ ਸਗਲੀ ਚਿੰਤ ਮਟਾਈ।
चिंता मिटण वास्ते बाणी पढ़नी सुननी लाजमी है। गुरबाणी गावे भाई वो सफल सदा सुखदाई, ਉਹੀ सफल है। ਤੇ ਜਿਹੜਾ ਸੁਖ ਦੇਣ ਵਾਲੀ ਗੁਰਬਾਣੀ ਨੂੰ ਗਾਉਂਦਾ ਹੈ ਤੇ ਸੁਣਦਾ ਹੈ, ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ। ਸੱਚੀ ਬਾਣੀ ਦੇ ਸੁਣਨ ਨਾਲ ਦੁੱਖ ਵੀ ਰੋਗ ਵੀ ਸੰਗ ਭਲੀ ਪ੍ਰਕਾਰ ਹਿਰਦੇ ਨੂੰ ਤਪਾਉਣ ਵਾਲੇ ਆਦਿ ਵਿਆਧੀ ਤੇ ਉਪਾਧੀ ਰੋਗ ਜਿਹੜੇ ਨੇ ਉਹ ਖਤਮ ਹੋ ਜਾਂਦੇ ਨੇ। ਆਪਦੇ ਚਰਨਾਂ 'ਚ ਅਰਦਾਸ ਹੈ ਕਿ ਹਮੇਸ਼ਾ ਹੀ ਮੈਂ ਹਿਰਦਾ ਭਰੀ ਰੱਖਾਂ ਆਪਦੀ ਬਾਣੀ ਨੂੰ ਸੁਣਦਿਆਂ ਹੋਇਆਂ। ਮਨ ਸਮਦ ਕਰ ਰੱਖੋ, ਮਨ ਸੁਮਦ ਕਰ ਕਰੋ। ਮੈਂ ਆਪਣੇ ਮਨ ਨੂੰ ਚਿੱਤ ਨੂੰ ਸ੍ਰੇਸ਼ਟ ਭੌਰੇ ਦੀ ਤਰ੍ਹਾਂ ਸਾਰਗ੍ਰਾਹੀ ਬੁੱਧੀ ਵਾਲਾ ਬਣਾਉਣਾ ਕਰਾਂ। ਤੇ ਮਹਾਰਾਜ ਕਮਲ ਦੀ ਤਰ੍ਹਾਂ ਆਪਦੇ ਚਰਨਾਂ ਨੂੰ ਹਿਰਦੇ ਦੇ ਵਿੱਚ ਧਾਰਨ ਕਰਾਂ, ਭਾਵ ਵਸਾਉਣਾ ਕਰਾਂ। ਹਿਰਦੈ ਚਰਨ ਸ਼ਬਦ ਸਤਿਗੁਰ ਕੋ ਨਾਨਕ ਬੰਧਿਓ ਪਾਲ। ਆਪਦੇ ਚਰਨਾਂ ਵਿੱਚ ਅਰਦਾਸ ਹੈ ਕਿ ਹੇ ਵਾਹਿਗੁਰੂ, ਮੈਂ ਰਸਨਾ ਦੇ ਨਾਲ ਆਪ ਜੀ ਦੇ ਹੀ ਰਾਮ ਨਾਮ ਨੂੰ ਪੀ ਸ਼ਬਦ ਨੂੰ ਨਾਮ ਨੂੰ ਉਚਾਰਨ ਕਰਾਂ, ਜੋ ਮ੍ਰਿਤੂ ਤੋਂ ਰਹਿਤ ਕਰਨੇ ਵਾਲਾ ਆਪ ਜੀ ਦਾ ਅੰਮ੍ਰਿਤ ਨਾਮ ਹੈ। ਇਹ ਹਮੇਸ਼ਾ ਹੀ ਉਚਾਰਨ ਕਰਦਾ ਰਹਾ, ਕਿਉਂਕਿ ਰੇ ਜਿਹਬਾ ਕਰੋ ਸਤਖੰਡ ਜਾਮ ਨਾ ਉਚਰਸ ਸ੍ਰੀ ਗੋਬਿੰਦ। ਰੰਗੀਲੇ ਜਿਹਬਾ ਹਰ ਕੈ ਨਾਏ ਸੋ ਰੰਗ ਰੰਗੀਲੇ ਹਰ ਹਰ ਧਿਆਏ। ਪ੍ਰਭ ਜੀ ਬਸੈ ਸਾਧ ਕੀ ਰਸਨਾ, ਤਾਈਓ ਵਾਹਿਗੁਰੂ ਜੀ ਰਸਨਾ 'ਤੇ ਨਿਵਾਸ ਕਰਦੇ ਨੇ, ਕਿਉਂਕਿ ਵਾਹਿਗੁਰੂ ਜੀ ਦਾ ਨਾਮ ਜੋ ਸੰਤ ਭਗਤ ਜਪਦੇ ਨੇ, ਨਾਮ ਹੀ ਤਾਂ ਵਾਹਿਗੁਰੂ ਦਾ ਸਰੂਪ ਹੈ। ਨਾਮ ਕੇ ਤਾਰੇ ਸਗਲੇ ਜਨ, ਨਾਮ ਕੇ ਤਾਰੇ ਖੰਡ ਬ੍ਰਹਮੰਡ। ਜੋ ਰਸਨਾ ਦੇ ਵਾਹਿਗੁਰੂ ਨਾਮ ਦਾ ਵਾਸਾ ਹੋਣਾ, ਇਹੀ ਵਾਹਿਗੁਰੂ ਜੀ ਦਾ ਵਾਸਾ ਹੈ। ਜੋ ਹਿਰਦੇ ਵਿੱਚ ਵਾਹਿਗੁਰੂ ਨਾਮ ਨੇ ਵਸਣਾ ਹੈ, ਇਹੀ ਵਾਹਿਗੁਰੂ ਜੀ ਦਾ ਹਿਰਦੇ ਵਿੱਚ ਦਰਸ਼ਨ ਹੋਣੇ ਨੇ। ਇਸ ਲਈ ਬੇਨਤੀਆਂ ਕਰੀਏ, ਵਸ ਮੇਰੇ ਪਿਆਰਿਆ ਵਸ ਮੇਰੇ ਗੋਬਿੰਦਾ, ਹਰ ਕਰ ਕਿਰਪਾ ਮਨ ਵਸ ਜੀਓ। ਤੇ ਜੋ ਗੁਰਬਾਣੀ ਦੇ ਦਰਸ਼ਨ ਕਰਦਿਆਂ ਬਾਣੀ ਦਾ ਪਾਠ ਪੜ੍ਹਨਾ ਹੈ, ਇਹੀ ਵਾਹਿਗੁਰੂ ਜੀ ਦੇ ਦਰਸ਼ਨ ਹਨ। ਨਾਮ ਦੇ ਬਾਣੀ ਰੂਪ ਹਿਰਦੈ ਚਰਨ ਸ਼ਬਦ ਸਤਿਗੁਰ ਕੋ ਨਾਨਕ ਬੰਧਿਓ ਪਾਲ। ਕਲਗੀਧਰ ਜੀ ਨੇ ਬਚਨ ਕੀਤਾ, ਚਿੱਤ ਚਰਨ ਨਾਮ। ਮੇਰੇ ਪ੍ਰੀਤਾ ਗੋਬਿੰਦ ਸਿਉ ਜਿਨ ਘਟੈ। ਹੇ ਗੋ ਪ੍ਰਿਥਵੀ ਦੀ ਰੱਖਿਆ ਕਰਨ ਵਾਲੀ ਪਰਮੇਸ਼ਰ ਜੀ, ਆਪ ਜੀ ਦੇ ਨਾਲੋਂ ਜਿਹੜੀ ਮੇਰੀ ਪ੍ਰੀਤੀ ਹੈ ਮਤਾਂ ਘਟੇ, ਪਰ ਹਰ ਵਕਤ ਮੇਰੀ ਪ੍ਰੀਤੀ ਆਪ ਜੀ ਦੇ ਨਾਲ ਬਣੀ ਰਹੇ, ਕਿਉਂਕਿ ਮੈਂ ਤਾਂ ਪ੍ਰੀਤੀ ਹੇ ਵਾਹਿਗੁਰੂ ਜੀ ਜ਼ਿੰਦਗੀ ਦੇ ਵੱਟੇ ਸਟੇ, ਜ਼ਿੰਦਗੀ ਦੇ ਬਦਲੇ ਮਹਿੰਗੇ ਭਾਅ ਮੁੱਲ ਲਈ ਹੈ। ਇਹ ਜਿਹੜੀ ਸਿੱਖੀ ਹੈ, ਖੰਨਿਓ ਤਿੱਖੀ ਵਾਲੋਂ ਨਿੱਕੀ ਏਤ ਮਾਰਗ ਜਾਣਾ। ਭਾਈ ਗੁਰਦਾਸ ਸਾਹਿਬ ਜੀ ਨੇ ਲਿਖਿਆ, ਗੁਰ ਸਿੱਖੀ ਬਾਰੀਕ ਹੈ, ਖੰਨਿਓ ਤਿੱਖੀ ਬਹੁਤ ਪਾਈਣੀ। ਕੰਡੇ ਦੀ ਧਾਰ ਨਾਲੋਂ ਵੀ ਤਿੱਖੀ ਹੈ ਤੇ ਵਾਲ ਦੇ 100ਵੇਂ ਹਿੱਸੇ ਨਾਲੋਂ ਵੀ ਬਰੀਕ ਹੈ। ਕਿਉਂ? ਕਿਉਂਕਿ ਵਾਲ ਦੇ ਉੱਪਰ ਤੇ ਖੰਡੇ ਦੀ ਧਾਰ ਉੱਪਰ ਮੱਛਰ ਮੱਖੀ ਇਹ ਬੈਠ ਸਕਦੇ ਨੇ, ਪਰ ਜਿਹੜੀ ਗੁਰਸਿੱਖੀ ਹੈ ਇਹਦੇ ਵਿੱਚ ਉੱਪਰ ਟਿਕਿਆ ਨਾ ਪੁਣ ਹੋਣਾ, ਮੱਛਰ ਵੀ ਨਹੀਂ ਬੈਠ ਸਕਦਾ। ਇਹਦਾ ਭਾਵ ਕੀ ਹੈ ਕਿ ਮੱਛਰ ਜਿੰਨਾ ਥੋੜ੍ਹਾ ਜਿਹਾ ਹੰਕਾਰ ਵੀ ਹੋਵੇ ਤਾਂ ਵੀ ਬੰਦਾ ਸਿੱਖੀ ਦੀ ਖਜੂਰ 'ਤੇ ਚੜ੍ਹਿਆ ਚੜ੍ਹਿਆ ਥੱਲੇ ਡਿੱਗ ਪੈਂਦਾ। ਇੰਨੀ ਇਹ ਤਿੱਖੀ ਹੈ, ਇੰਨੀ ਔਖੀ ਹੈ ਕਮਾਉਣੀ। ਕਬੀਰ ਚਤੁਰਾਈ ਅਤ ਕਹਾਣੀ,
हर जप हिरदे माहे। दुनिया सोचती है कि संत भोले भाले ने, इन्हों तो कुछ भी पता नहीं है, ये बाबे तो एवें ही हन तुरे फिरदे। पर साध संगत जीओ, जो ब्रह्म ज्ञानी महापुरख ने, गुर सिख अंदरों सियाणा बाहरों भोला, दुनिया के भाने भोला है, पर कबीर जी कहते रब नूं पाउणा भोले बंदे का काम नहीं है। बड़ी चतुराई बड़ी सियाणप नाल विषे विकारां तो बच के, दुनिया के झमेलियां तो बच करके ते नाम जपिया जांदा, ते बड़े तरीके दे नाल भगती करके ते वाहिगुरू नूं प्रसन्न करना पैंदा। ये आम बंदे दे वस दी गल नहीं है। कबीर चतुराई अत घनी, हर जप हिरदे माहे। हरि दा जाप हिरदे च करन लई बड़ी चतुराई बड़ी सियाणप दी लोड़ है। चंगे पासे वाली सियाणप, एक पुठे पासे वाली हुंदी है, ओदी गल नहीं कीती। कबीर चतुराई अत घनी, हर जप हिरदे माहे। सूरी उपर खेलना, गिरै तां ठाहर नाय। ये सूली के उपर खेड करन दी तरह है, डिग पिया तां खजूर की तरह उतों डिगया, मुड़ के बचा नहीं है। सिक्खी कहंदे ये खजूर की तरह है, जे चढ़ गया तो पाएगा अमरपद, डिग गया तो चगना चूर। ते सिखा सिक्खी दूर है, जिन्नी लंबी खजूर है, जे चढ़ गया तो पाएगा परम पद, डिग गया तो चकना चूर है। इसलिए उंज तां भोला सुभाव रखते ने गुरमुख संत भगत, भोले पाए मिले रगराया, पर आत्मक तौर पर बहुत सियाणे हैं, क्योंकि दुनिया के झमेलिया तो रहत हो के अलग हो के प्रभु का नाम जपना बड़ा औखा है। तो इसलिए ये महाराज, ये मैं महंगे पा आप दा नाम आप दी सिੱਖੀ लई है। तुसीं वेखो पंज प्यारे साहिबाना ने खंडे बाटी का अमृत कलगीधर के बचनों मुताबिक सीस पेटा करके प्राप्त किया। उस तो बाद जब कलगीधर जी ने डिमांड की तो पंज प्यारे साहिबाना ने बेनती की, महाराज आपने सानू महंगे पाए दात दी है, सीस पेटा लैके फिर अमृत बख्शी है, तो आप जी की दे रहे हो? मारे कहते भी तो सीस की गल की है, सीस हाजिर है, मैं कहड़ा भजिया तो हथों, पिता जी का सीस तो वार ही चुका हाँ, मेरा भी हाजिर है। पर हाँ जी मैं नंबर छकाओगे तो मैं तुहाडे नाल वादा करदा, तुहाडे नाल जबान करदा, तुहाडे नाल वचन करदा, अपने सीस समेत समय समय मुताबिक परिवारक मैंबरां दे भी संबंधियां दे भी सीसां दी आप नूं लोड़ पएगी, तो मैं लुका के नहीं रखांगा। जे चमकौर की जंग विचों ताड़ी मार के साहब आप निकल सकते, भाई मान सिंह, प्यारे दया सिंह, प्यारे धर्म सिंह, तिन्ना सिंघां नूं कढ सकते, तो साहिबजादे कढने कोई औखे नहीं सीगे। मर्जी नाल उन्हां आप भी आग्या मंगी है जान दी, शहीदी पाउण दी, ते साहब भी प्रसन्न होए कि मेरा चित्त खुश होया है। जे मैं जबरदस्ती तुहानूं भेजदा तो कुछ गल होर भी बन जानी सी, तुसीं खुशी नाल आग्या मंग रहे हो, और मैं खुशी खुशी तुहानूं भेज रहा। साहिबां ने जकारे छड्डे उन्हां दी शहीदी उपरंत, रोए नहीं, अथरू नहीं घेरिया, और जब पावन शरीर वेखे उन्हां दे खड़े तक नहीं। मारे कहते चल भाई दया सिंह अपनी मंजिल बड़ी दूर दी है, ये महंगे पा लई है। गुरु साहिबां ने वेखो कितनियां कुर्बानियां कीतियां, अपने परिवारक मैंबरां दे 27 सीस पेटा कीते। तो भगत जी कह रहे ने मैं तो मोल महंगी लई, मन दे राम लिया है मोल। ये जो राम परमेश्वर है लोगों के भाने एवं ही मिल गया, सुते पिया नहीं मिलता, दाने वेच के गोले या कुल्फियां नहीं खादियां, तांबा वेच के पतीसा नहीं खादा, मेहनत की है, काल कमाई की है, गोडियां लवा दिंदा परमात्मा। फरीद नूं पुछ के वेखो 50 साल बेचारा तरसदा रहा, वाहिगुरू जी का हुक्म ही सीगा, महाराज दी ये आग्या सी भी भगती करनी पऊगी।
ਛੋਟੀ ਉਮਰ ਤੋਂ ਮਾਤਾ ਨੇ, ਜਦੋਂ ਪਤਾ ਵੀ ਨਹੀਂ ਸੀਗਾ ਦੁਨੀਆਦਾਰੀ ਦਾ, ਪੁੜੀ ਸ਼ੱਕਰ ਦੀ ਮਸੱਲੇ ਹੇਠ ਰੱਖ ਕੇ ਤੇ ਨਮਾਜੀ ਬਣਾਇਆ। ਫਿਰ ਪ੍ਰਭੂ ਨੇ ਮਸੱਲੇ ਹੇਠਲੀ ਧਰਤੀ ਸਾਰੀ ਸ਼ੱਕਰ ਦੀ ਕਰਕੇ ਤੇ ਪ੍ਰੇਮ ਪੈਦਾ ਕੀਤਾ। ਇੰਨੀ ਛੋਟੀ ਉਮਰ ਤੋਂ ਭਗਤੀ ਕਰਨ ਲੱਗੇ ਤੇ ਬੁੱਢਾ ਹੋਇਆ ਸੇਖ ਫਰੀਦ ਕੰਮਲ ਲੱਗੀ ਦੇ। ਐਵੇਂ ਨਹੀਂ ਮਹਾਰਾਜ ਮਿਲਦਾ। ਫਰੀਦਾ ਤਨ ਸੁੱਕਾ ਪਿੰਜਰ ਥੀਆ, ਤਲੀਆਂ ਖੁੰਡੇ ਕਾਗ, ਅਜੈ ਸੋ ਰੱਬ ਨਾ ਬਹੁੜਿਓ, ਦੇਖ ਬੰਦੇ ਕੇ ਭਾਗ। ਵਰਮੀ ਜੰਮ ਗਈ। ਪਾਕਪਟਨ ਸ਼ਹਿਰ ਦੇ ਬਾਰ ਇੱਕ ਖੂਹ ਹੈ ਜਿੱਥੇ ਕਾਵਾਂ ਨੇ ਫਰੀਦ ਸਾਹਿਬ ਦੇ ਨੇਤਰਾਂ ਨੂੰ ਚਮਕੀਲੀ ਚੀਜ਼ ਜਾਣ ਕੇ ਤੇ ਚੁੰਝਾਂ ਮਾਰੀਆਂ ਸੀਗੀਆਂ, ਤੇ ਫਿਰ ਵੀ ਘਬਰਾਏ ਨਹੀਂ, ਰੱਬ ਨੂੰ ਦੋਸ਼ ਨਹੀਂ ਦਿੱਤਾ। ਇਹੀ ਆਖਿਆ ਦੇਖ ਬੰਦੇ ਕੇ ਭਾਗ। ਕਾਗਾ ਕਰੰਗਟ ਡੋਲਿਆ ਸਗਲਾ ਖਾਇਆ ਮਾਸ, ਇਹ ਦੋਏ ਨੈਣਾ ਮਤ ਛੋਹ, ਫਿਰ ਦੇਖਣ ਕੀ ਆਸ। ਵੀ ਮੈਨੂੰ ਵਾਹਿਗੁਰੂ ਦੇ ਦਰਸ਼ਨ ਦੀ ਆਸਾ ਹੈ, ਫਿਰ ਵੀ ਆਸਾ ਨਹੀਂ ਛੱਡੀ। ਫਿਰ ਮਹਾਰਾਜ ਦੀ ਪ੍ਰਾਪਤੀ ਹੋਈ, ਗੁਰੂ ਨਾਨਕ ਸਾਹਿਬ ਮਿਲੇ। तो इसलिए ये परमेश्वर जी तो मैं तो बड़े महंगे मुल आप जी की प्रीति नूं जिंदगी के वटे सट्टे प्राप्त किया है। कबीर जी का बचन है, कंचन स्यों पाइया नहीं तोड़। एक शाहूकार सोना लैके आ गया, कहते लिया कमा लिया, छुरी लिया, इनू दईए रब। कहता मैनू दर्शन करा दिओ, सोना लै लिओ। कहते छुरी की करनी भगत जी, वो गले लागे, कहते लिया तेरा गला वड्डी है। कहते महाराज मैं तो बेनती करना आ, तुसीं मैनू मार नहीं लग पे हो। कहते चिर जिन्ना चिर बंदा मरदा नहीं उन्ना चिर रब नहीं मिलता। यानी जीवत भाव तो मरना पैंदा है, अपना त्यागनी पैंदी है। इसलिए गुरसिक्खी की लैन ही ऐसी है, जो तो प्रेम खिलन का चाओ, सिर धर तली गली मेरी आओ। इत मार्ग पैर तरीजै, सिर दीजै कान न कीजै। विश्राम दे के फरमान करते ने, ये परमेश्वर जी जे तुसी कहो कि तू भावना रख ਤਾਂ ਭਾਵਨਾ ਬਾਬਤ ਇਉਂ ਬੇਨਤੀ ਕਰਦੇ ਹਾਂ ਕਿ ਸਾਧ ਸੰਗਤ ਬਿਨਾ ਭਾਉ ਨਹੀਂ ਉਪਜੈ। ਆਪ ਜੀ ਦੀ ਸਾਧ ਸੰਗਤ ਸ੍ਰੇਸ਼ਟ ਗੁਰਮੁਖ ਜਨਾਂ ਦੀ ਸੰਗਤ ਤੋਂ ਬਿਨਾ ਸ਼ਰਧਾ ਜਾਂ ਪ੍ਰੇਮ ਪੈਦਾ ਨਹੀਂ ਹੁੰਦਾ ਹੈ, ਅਤੇ ਪ੍ਰੇਮ ਤੋਂ ਬਿਨਾ ਭਾਵ ਬਿਨਾ ਭਗਤ ਨਹੀਂ ਹੋਏ तेरी प्रेमा भगती नहीं हो सकती। 9 प्रकार की भगती है, श्रवण सिमरन कीर्तन पाद सेव अर्चान दास सखापन बंदना सर्वन वेदन जान। श्रवण करना, कीर्तन कथा सिमरन करना, पाद सेव चरना की सेवा करनी, अर्चान फुल माला पेटा करनिया, सेंट आदि छिड़कना, दासा भाव धारना, सखापन वाहिगुरु जी नूं गुरु साहिब नूं अपना मित्र समझना कि औखी घड़ी ना देखण देई अपना बिरद संभाले। हाथ दे राखे अपने को सास सास व्रत पाले। प्रभ स्यों लाग रहे हो मेरा चीत, आद अंत प्रभ सदा सहाई तन हमारा मीत। ते बंदना नमस्कार करनी, सर्व निवेदन जान सब कुछ भेटा करना, ये 9 प्रकार की भगती है। ते पर जे 9 प्रकार की भगती करदियां मन च प्यार नहीं होगा तो कोई भी प्रमाण नहीं प्रेम तो बगैर। प्रेमा भगती सब तो उत्तम है। इसलिए कलगीधर जी ने सिरा लाता, साच कहो सुन ले हो सब जिन प्रेम गियो तिन ही प्रभ पायो। तो प्रेम संगत दे विच पैदा हुंदा है, कथा कीर्तन सरवण करन दा, सेवा करन दा। इसलिए जे प्रेम बनाना है तो संगत लाजमी है, तो प्रेम तो बगैर भगती नहीं हो सकती। भगत रविदास जी कहते ने कि हे हरि परमेश्वर जी, आप जी दे चरण कमना बास
एक मेरी बेनती एक अर्ज है कि जरा कहो राजा राम के मेरी कि चित्त नाल सिमरन करना, नेत्रां दे नाल दर्शन करना, श्रेष्ठ जनां नाल मिल के प्रेम ਬਣਿਆ ਰਹੇ। ਇਉਂ हे प्रकाश रूप परमेश्वर जी, ਇਹ ਮੇਰੀ ਪੈਜ ਪ੍ਰਤਿਗਿਆ ਰੱਖਣਾ ਕਰੋ, ਕਿਉਂਕਿ ਕਲਯੁਗ ਦੇ ਵਿੱਚ ਹੋਰ ਸਾਰੇ ਕੰਮ ਸੌਖੇ ਨੇ, ਪਰ ਇੱਕ ਆਪਣੀ ਇੱਜ਼ਤ ਬਚਾਉਣੀ ਔਖੀ ਹੈ। ਜਿਹੜੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਸਾਡੇ ਮਗਰ ਹੱਥ ਧੋ ਕੇ ਪਏ ਹੋਏ ਨੇ। ਇਹ ਜੀਵ ਇਕੱਲਾ ਏ, ਇਹਦੇ ਮਗਰ ਸ਼ਿਕਾਰੀ ਬਹੁਤ ਹੈ। ਮਹਾਂਪੁਰਖ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਾਂ ਵਾਲੇ ਇਹ ਧਾਰਨਾ ਬੜਿਆ ਕਰਦੇ ਸਨ ਕਿ ਜਿਹੜਾ ਜੀਵ ਆਤਮਾ ਹੈ ਇਹ ਇਕੱਲਾ ਹੈ। ਸ਼ਿਕਾਰੀ ਕਿਹੜੇ ਨੇ? ਕਾਮ ਕ੍ਰੋਧ ਲੋਭ ਮੋਹ ਹੰਕਾਰ, ਇਹ ਸ਼ਿਕਾਰੀ ਹਨ ਜੋ ਬੰਦੇ ਨੂੰ ਖਾ ਜਾਣ ਵਾਲੇ ਨੇ। ਪੈਰ ਪੈਰ 'ਤੇ ਇਹ ਵਾਰ ਕਰਕੇ ਮਾਰਨਾ ਚਾਹੁੰਦੇ ਨੇ। ਅੱਜ ਵੀ ਡਿੱਗਿਆ, ਭਲਕੇ ਵੀ ਡਿੱਗਿਆ। ਜਿੰਨਾ ਚਿਰ ਜਿਉਂਦਾ ਬਾਂਹ ਖੜੀ ਕਰਕੇ ਕੋਈ ਦਮਗਜਾ ਨਹੀਂ ਮਾਰ ਸਕਦਾ। ਇਸ ਵਾਸਤੇ ਇੱਜ਼ਤ ਬਚਾਉਣੀ ਔਖੀ ਹੈ। ਮਹਾਰਾਜ ਮੇਰੀ ਇੱਜ਼ਤ ਬਣੀ ਰਹੇ ਵਿਕਾਰਾਂ ਤੋਂ ਵਿਸ਼ਿਆਂ ਤੋਂ। ਅਰਾ ਮੈਂ ਆਪ ਜੀ ਦੀ ਭਗਤੀ ਕਰਦਾ ਰਹਾ, ਚਿੱਤ ਮੇਰਾ ਸਿਮਰਨ ਜੁੜਿਆ ਰਹੇ, ਨੇਤਰ ਮੇਰੇ ਦਰਸ਼ਨਾਂ ਵਿੱਚ ਲੱਗੇ ਰਹਿਣ ਅਤੇ ਕੰਨ ਬਾਣੀ ਸੁਣਦੇ ਰਹਿਣ। ਇਹ ਮੇਰੇ ਪ੍ਰੇਮ ਮਨ ਵਿੱਚ ਪ੍ਰੇਮ ਪੈਦਾ ਹੋਵੇ ਭਗਤੀ ਕਰਨ ਦਾ। ਕਿਰਪਾ ਕਰੋ ਜੀ। ਇਹ ਕਲਯੁਗ ਦੇ ਘੋਰ ਭਿਆਨਕ ਸਮੇਂ ਵਿੱਚ ਮੇਰੀ ਇੱਜ਼ਤ ਰੱਖਣਾ ਕਰੋ। ਨਾਮ ਤੇਰੋ ਆਰਤੀ ਤਾਂ ਪਰਮੇਸ਼ਰ ਜੀ ਪ੍ਰਸੰਨ ਹੋਏ। ਕੁਝ ਬਿਲਾਸ ਦੇ ਬਚਨ ਗਏ ਕਿ ਹੇ ਰਵਿਦਾਸ, ਸਾਰਿਆਂ ਭਗਤਾਂ ਨੇ ਮੇਰੀਆਂ ਆਰਤੀਆਂ ਕੀਤੀਆਂ, ਤੂੰ ਸਾਡੀ ਆਰਤੀ ਕੋਈ ਕੀਤੀ ਹੋਈ ਨਹੀਂ। ਤਾਂ ਰਵਿਦਾਸ ਜੀ ਕਹਿਣ ਲੱਗੇ, ਹੇ ਮਹਾਰਾਜ, ਸਾਰੀਆਂ ਚੀਜ਼ਾਂ ਝੂਠੀਆਂ ਨੇ, ਕਿਹੜੀ ਚੀਜ਼ ਨਾਲ ਮੈਂ ਆਰਤੀ ਕਰਾਂ? ਇਸ ਕਰਕੇ ਮੈਂ ਤਾਂ ਨਾਮ ਦੁਆਰਾ ਹੀ ਤੁਹਾਡੀ ਆਰਤੀ ਕਰਦਾ। ਹੇ ਰੱਬ ਜੀ, ਜੋ ਤੁਹਾਡਾ ਮਨ ਬਾਣੀ ਸਰੀਰ ਕਰਕੇ ਨਾਮ ਜਪਣਾ, ਇਹੀ ਆਰਤੀ ਹੈ। ਜਾਂ ਆਰਤੀ ਆ ਸਰਬ ओर से रति प्रीति पैदा करने वाला नाम ही आपदा आरती है। हे रविदास, आरती करने वाले लोग तो मूर्ति का इशनान कराउंदे ते तू की इशनान कराउणा? तो रविदास जी कहते, हे मुरारे, जो मुर हंकार राक्षस दे मारन वाले परमेश्वर आप जी का नाम जपना ही साडा इशनान कराउणा है। सुनिया 860 का इशनान। हर के नाम बिना हे रविदास, तू होर किसी चीज़ों की समग्री द्वारा साड़ी आरती क्यों नहीं करता? तो कहते, हे रब जी, आप जी के नाम तो बिना सगल पासारे जिन्ने दीवे जगाने ने, धूपा तकाउणियां, ये तादक सारियां फिलावटां करनियां, पर अंदरों दिलों प्यार नहीं है। प्यार तो बगैर सब झूठ ही झूठ है। झूठे कीरे झूठ प्रीत, झूठे दी झूठी दुनिया नाल प्रीति है। सो वाहिगुरु तो बगैर सब झूठ है। विश्राम दे के फरमाउंदे ने कि हे महाराज, आप दे नाम तो आप दे दर्शनों तो बगैर कोई सत नहीं है, सब झूठ है। तो सहस्कृति श्लोकां दे विच भी साहिबां दा बचन है कि जिन्ने भी नक्षत्र तारे ने, जिन्ने भी सूरज चंद्रमा, ये सब झूठे हैं। ते अस्थिरंग साध जन, केवल साध संगत जड़ी है ये सच्ची है। मिथ्या भरम और सुपन मनोरथ सब कुछ मिथ्या। मिथ्या तन धन कुटुंब सबाया, मिथ्या होमे ममता माया नासबंद। एक आप जी का नाम सच्चा है। ये रविदास, तू सानू बैठन लई आसन ही विछा के दे। ते भगत रविदास जी कहते, विश्राम दे के फरमाउंदे ने, नाम तेरो
हे ਵਾਹਿਗੁਰੂ ਆਪ ਦੇ ਨਾਮ ਦੇ ਵਿੱਚ ਜਿਹੜਾ ਚੇਤਾ ਸਥਿਤ ਕਰਨਾ ਇਹੀ ਤੁਹਾਡੇ ਬੈਠਣ ਲਈ ਆਸਣ ਹੈ। ਨਾਮ ਤੇਰੋ ਉਰਸਾਂ ਤੂੰ ਚੰਦਨ ਆਦਿ ਘਸਾਉਣ ਵਾਲੇ ਪੱਥਰ ਤੇ ਕੇਸਰ ਘਸਾ ਕੇ ਚੜਾ ਦਿਆ ਕਰ। ਕਹਿੰਦੇ हे ਵਾਹਿਗੁਰੂ ਤੁਹਾਡਾ ਨਾਮ ਹੀ ਅੰਮ੍ਰਿਤ ਹੀ ਉਰਸਾ ਚੰਦਨ ਘਸਾਉਣ ਵਾਲਾ ਪੱਥਰ ਦਾ ਟੁਕੜਾ ਹੈ ਜਿਸ ਉੱਤੇ ਸੋ ਚਿੱਤ ਨੂੰ ਅਚਲ ਕਰਨ ਰੂਪ ਕੇਸਰ ਕਸਾਈ ਦਾ ਤੇ ਤੇਰਾ ਨਾਮ ਲੈਣ ਰੂਪ ਹੀ ਕੇਸਰ ਨੂੰ ਛਿੜਕਦੇ ਹਾਂ। ਨਾਮ ਤੇਰਾ ਕੇਸਰੋ ਲੈ ਛਿਟਕਾਰੇ ਤੇਰੀ ਭਗਤੀ ਦੀ ਤੇਰੇ ਨਾਮ ਦੀ ਸੁਗੰਧੀ ਐਸੀ ਹੈ ਜੋ ਸਾਰਿਆਂ ਦੇ ਵਿੱਚ ਫਰਾਗਰੈਂਸ ਪੈਦਾ ਕਰਨ ਵਾਲੀ ਹੈ, ਵਾਤਾਵਰਨ ਸਵੱਛ ਕਰਨ ਵਾਲੀ ਹੈ। ਸੋ ਇਸ ਲਈ ਤੇਰਾ ਨਾਮ ਹੀ ਕੇਸਰ ਨੂੰ ਛਿੜਕਣਾ ਹੈ। ਨਾਮ ਤੇਰਾ ਅੰਬੁਲਾ ਕੋਈ ਜਲ ਨਾਲ ਹੀ ਸੇਵਾ ਕਰਿਆ ਕਰ ਤਾਂ ਕਹਿੰਦੇ हे ਵਾਹਿਗੁਰੂ ਤੇਰਾ ਨਾਮ ਹੀ ਜਲ ਹੈ। ਨਾਮ ਤੇਰੋ ਚੰਦਨ ਤੇਰਾ ਨਾਮ ਹੀ ਭਗਤੀ ਰੂਪ ਮਹਿਕ ਦੇਣ ਵਾਲਾ ਚੰਦਨ ਹੈ। ਜਪੇ ਨਾਮ ਲੈ ਜੋ ਆਪ ਜੀ ਦਾ ਨਾਮ ਜਪਣਾ ਇਹੀ ਚੰਦਨ ਦਾ ਘਸਾਉਣਾ ਹੈ। ਜਹੈ ਕਉ ਚਾਰੇ ਜੋ ਤੁਹਾਡੇ ਨਾਮ ਨੂੰ ਹਿਰਦੇ ਨਾਲ ਲੈਣਾ ਭਾਵ ਜਪਣਾ ਇਹੀ ਤੈਨੂੰ ਅਸੀਂ ਚੰਦਨ ਚਾੜਦੇ ਹਾਂ। ਫਿਰ ਆਰਤੀ ਜਿਵੇਂ ਦੀਵੇ ਬਾਲ ਕੇ ਕਰਦੇ ਨੇ। ਨਾਮ ਤੇਰਾ ਦੀਵਾ ਤੇਰਾ ਨਾਮ ਹੀ ਸਾਡੇ ਲਈ ਦੀਵਾ ਹੈ। ਤੇਰੋ ਬਾਤੀ ਤੇ ਜੋ ਤੁਹਾਡੇ ਨਾਮ ਦੀ ਬ੍ਰਹਮਾਕਾਰ ਬਿਰਤੀ ਕਰਨੀ ਜੁੜਨਾ ਇਹੀ ਬੱਤੀ ਹੈ। ਨਾਮ ਤੇਰੋ ਤੇਰਾ ਜੋ ਅੰਤःਕਰਨ ਨੂੰ ਪ੍ਰੇਮ ਦੇ ਸਹਿਤ ਕਰਨਾ ਹੈ, ਪ੍ਰੇਮ ਸਹਿਤ ਨਾਮ ਲੈਣਾ ਇਹੀ ਵਿੱਚ ਏ ਮਾਹੇ ਪਾਸਾਰੇ ਦੀਵੇ ਦੇ ਵਿੱਚ ਤੇਲ ਪਾਉਣਾ ਹੈ। ਤੇਰੇ ਕੀ ਜੋਤ ਲਗਾਈ ਫਿਰ ਮੈਂ ਆਪਣੀ ਬੁੱਧ ਰੂਪ ਥਾਲੀ ਦੇ ਵਿੱਚ ਤੇਰੇ ਨਾਮ ਦੀ ਗਿਆਤ ਰੂਪ ਜੋਤ ਲਗਾਈ ਜਗਾਉਣਾ ਕੀਤੀ ਹੈ। ਓ ਜਿਆਰੋ ਭਵਨ ਸਗਲ ਰੇ ਜਿਸ ਕਰਕੇ ਸਾਰੇ ਸੰਸਾਰ ਦੇ ਵਿੱਚ ਪ੍ਰਕਾਸ਼ ਹੋਇਆ ਹੈ। ਨਾਮ ਤੇਰੋ ਤਕਾ ਧਾਗੇ 'ਚ ਫੁੱਲ ਪਰੋ ਕੇ ਮਾਲਾ ਚੜਾਈ ਦੀ ਹੈ। ਇਹ ਪਰਮੇਸ਼ਰ ਤੇਰਾ ਨਾਮ ਹੀ ਫੁੱਲ ਪਰੋਣ ਵਾਸਤੇ ਧਾਗਾ ਹੈ। ਫੂਲ ਮਾਲਾ ਤੇ ਫੁੱਲਾਂ ਦੀ ਮਾਲਾ ਵੀ ਤੇਰਾ ਨਾਮ ਹੈ। ਜੇ ਪ੍ਰਤੱਖ ਫੁੱਲ ਤੋੜ ਕੇ ਚੜਾਵਾਂਗੇ ਕੋਈ ਸਿਆਣਪ ਨਹੀਂ ਹੈ, ਕਿਉਂਕਿ ਪਾਤੀ ਤੋਰੈ ਮਾਲਨੀ ਪਾਤੀ ਪਾਤੀ ਜੀਓ ਜਿਸ ਪਾਹਣ ਕੋ ਪਾਤੀ ਤੋਰੈ ਸੋ ਪਾਹਣ ਨਿਰਜੀਓ ਭੁੱਲੀ ਮਾਲਣੀ ਹੈ ਏਓ ਸਤਿਗੁਰ ਜਾਗਤਾ ਹੈ ਦਿਓ ਰਹਾਓ ਬ੍ਰਹਮ ਪਾਤੀ ਬਿਸਰਨ ਡਾਰੀ ਫੂਲ ਸੰਗਰ ਦਿਓ। ਤੇ ਇਉਂ ਭਗਤਾਂ ਨੇ ਬੇਨਤੀ ਕੀਤੀ ਹੈ ਕਿ हे ਮਹਾਰਾਜ ਜਿਹੜੀ ਤੇਰੀ ਸੇਵਾ ਕਰਨੀ ਹੈ ਪ੍ਰਤੱਖ ਤੇ ਤੇਰਾ ਨਾਮ ਜਪਣਾ ਇਹੀ ਸਾਡੇ ਵਾਸਤੇ ਫੁੱਲਾਂ ਦੇ ਪੱਤਿਆਂ ਦੀ ਮਾਲਾ ਹੈ। ਸੋ ਤੇਰਾ ਨਾਮ ਹੀ ਧਾਗਾ ਤੇਰੇ ਨਾਮ ਹੀ ਫੁੱਲਾਂ ਦੀ ਮਾਲਾ ਹੈ। ਹਾਰੇ 18 ਸਗਲ ਜੁਠਾਰੇ ਫਿਰ 18 ਭਾਰ ਜਿਹੜੀ ਬਨਸਪਤੀ ਹੈ, ਬਨਸਪਤੀ ਦੀ 18 ਭਾਰ ਦੇ ਸਾਰੇ ਫੁੱਲ ਭੌਰਿਆਂ ਦੀਆਂ ਨਾਸਾਂ ਨਾਲ ਸੁਗੰਧੀ ਲੈਣ ਕਰਕੇ ਝੂਠੇ ਨੇ। ਇਸ ਕਰਕੇ हे ਸੁਆਮੀ ਪਰਮੇਸ਼ਰ ਉਹ ਤੁਹਾਡੇ ਚਰਨਾਂ 'ਚ ਚੜਾਉਣੇ ਯੋਗ ਨਹੀਂ ਹਨ। ਇਸ ਲਈ ਨਾਮ ਭਗਤੀ ਪਿਆਰ ਦੇ ਫੁੱਲ ਮੈਂ ਚੜਾਉਂਦਾ ਹਾਂ ਜੀ। ਤੇਰੋ ਕੀਆ ਤੁਝ ਹੈ ਕਿਆ ਅਰਪੋ हे ਰੱਬ ਜੀ ਇਹ ਫੁੱਲ ਆਦਿ ਸਭ ਕੁਝ ਤੇਰਾ ਹੀ ਪੈਦਾ ਕੀਤਾ ਹੋਇਆ, ਫਿਰ ਕਿਹੜਾ ਪਦਾਰਥ ਤੈਨੂੰ ਭੇਟਾ ਕਰੀਏ। ਨਾਮ ਤੇਰਾ ਤੋਹੇ ਚਾਵਰ ਟੋਲਾਰੇ ਇਸ ਕਰਕੇ ਤੇਰਾ ਨਾਮ ਜਪਨ ਰੂਪੀ ਤੁਹਾਡੇ ਤੋਂ ਅਸੀਂ ਚੌਰ ਚਲਾਉਂਦੇ ਹਾਂ। ਗਗਨ ਮੈਥਾਲ ਰਵਚੰਦ ਦੀਪਕ ਬਣੇ। ਧਨਾਸਰੀ ਮਹੱਲਾ ਪਹਿਲਾ ਆਰਤੀ। ਗਗਨ ਮੈਥਾਲ ਰਵਚੰਦ ਦੀਪਕ ਬਣੇ ਤਾਰਿਕਾ ਮੰਡਲ ਜਨਕ ਮੋਤੀ
ਧੂਪ ਮਲਾਨ ਲੋ ਪਵਨ ਚਬਰੋ ਕਰੇ ਸਗਲ ਬਨ ਰਾਏ ਫੂਲੰਤ ਜੋਤੀ। कैसी आरती होए भव खंडना तेरी आरती अनहता शब्द व जंद बेरी रहा। ऐसे बचन हैं गुरु साहिबान दे। ਆਸੇ 68 ਸਾਢੇ ਚਾਰੇ ਖਾਣੀ 10 + 8 18 ਪ੍ਰਾਣ ਅਸਤੋਤਰ ਗਾਉਣ ਵਾਸਤੇ ਹਨ ਅਤੇ 68 ਤੀਰਥ ਚਾਰੇ ਖਾਣੀਆਂ ਦੇ ਜੀਵ ਜੰਤ ਤੇ ਮਹਾਰਾਜ ਜਿਨ੍ਹਾਂ ਇਹ ਜਗਤ ਦੀ ਬਣਾਵਟ ਬਣੀ ਹੋਈ ਹੈ, ਜਗਤ ਦਾ ਵਰਤਾਵਾ ਹੈ ਜਾਂ ਜਿਸ ਸੰਸਾਰ ਦੇ ਵਰਤਾਵੇ ਵਿੱਚ ਅਸੀਂ ਵਰਤਦੇ ਹਾਂ। ਵਰਤਨ ਸਗਲ ਸੰਸਾਰੇ ਇਹ ਜੋ ਸੰਸਾਰ ਦਾ ਵਰਤੋਂ ਵਿਵਹਾਰ ਹੈ ਸਾਰੀ ਤੇਰੀ ਆਰਤੀ ਦੀ ਸਮੱਗਰੀ ਦੇ ਬਰਤਨ ਬਣੇ ਹੋਏ ਨੇ। ਰਵਿਦਾਸ ਭਗਤ ਜੀ ਕਹਿੰਦੇ ਨੇ, ਯਾਨੀ ਜੋ ਵੀ ਕਥਾ ਅੱਜ ਦੀ ਸਰਵਣ ਕਰਵਾਈ ਹੈ ਇਹ ਰਵਿਦਾਸ ਜੀ ਨੇ ਉਚਾਰੀ ਹੈ। हे ਮਹਾਰਾਜ ਮੇਰੇ ਲਈ ਤਾਂ ਤੇਰਾ ਨਾਮ ਹੀ ਆਰਤੀ ਹੈ। ਅਸੀਂ ਤੇਰੇ ਨਾਮ ਨੂੰ ਹੀ ਆ ਸਰਬ ਔਰ ਸੇ ਰਤੀ ਪ੍ਰੀਤੀ ਕਰਨ ਵਾਸਤੇ ਜਾਣਿਆ ਹੈ। ਨਾਮ ਹੈ ਹਰ ਭੋਗ ਤੁਹਾਰੇ ਇਹ ਹਰੀ ਪਰਮੇਸ਼ਰ ਸੱਚੇ ਨਾਮ ਦਾ ਮੁੱਖ ਉਚਾਰਨ ਕਰਨਾ ਹੀ ਤੁਹਾਨੂੰ ਭੋਗ ਲਵਾਉਣਾ ਹੈ। ਮੈਂ ਪਰਮੇਸ਼ਰ ਜੀ ਇਸ ਪ੍ਰਕਾਰ ਦੀ ਆਰਤੀ ਕਰਦਾ। ਇਹ ਸੁਣ ਕੇ ਪ੍ਰਭੂ ਪਰਮੇਸ਼ਰ ਬੜੇ ਪ੍ਰਸੰਨ ਹੋਏ ਤੇ ਭਗਤ ਰਵਿਦਾਸ ਜੀ ਨੂੰ ਆਪਣੇ ਗਲੇ ਨਾਲ ਲਾ ਕੇ ਕਹਿਣ ਲੱਗੇ, ਰਵਿਦਾਸ ਤੂੰ ਧੰਨ ਹੈ, ਧੰਨ ਹੈ, ਮੈਂ ਮੰਨ ਗਿਆ ਤੈਨੂੰ। ਭਗਤ ਰੱਬ ਨੂੰ ਮੰਨਦੇ ਨੇ ਤੇ ਰੱਬ ਖੁਸ਼ ਹੋ ਕੇ ਵੇਖੋ ਭਗਤਾਂ ਨੂੰ ਗਲੇ ਨਾਲ ਲਾਉਂਦਾ ਹੈ। ਆਖਿਆ ਤੂੰ ਸਾਰਿਆਂ ਨਾਲੋਂ ਸ਼੍ਰੋਮਣੀ ਨਾਮ ਦਾ ਉਪਾਸ਼ਕ ਹੈ, ਤੂੰ ਮੈਨੂੰ ਖੁਸ਼ ਕੀਤਾ ਹੈ। ਸਿਰ 'ਤੇ ਹੱਥ ਰੱਖਿਆ, ਇਉਂ ਸਰੀਰ 'ਤੇ ਹੱਥ ਫੇਰਿਆ, ਬੜੇ ਪਿਆਰ ਦੇ ਸਤਿਕਾਰ ਦੀ ਲਹਿਜੇ ਵਿੱਚ ਮਿੱਠੇ ਪਿਆਰੇ ਬਚਨ ਗੀਤ ਇੱਥੇ ਹੀ ਧਨਾਸਰੀ ਰਾਗਨੀ ਵਿੱਚ ਉਚਾਰੀ ਹੋਈ ਭਗਤ ਰਵਿਦਾਸ ਜੀ ਦੀ ਬਾਣੀ ਸੰਪੂਰਨ ਹੋਈ ਹੈ। ਕੱਲ੍ਹ ਨੂੰ ਤ੍ਰਿਲੋਚਨ ਜੀ ਦੇ ਭਗਤ ਸਾਹਿਬ ਜੀ ਦੀ ਬਾਣੀ ਜੋ ਇਹ ਸ਼ਬਦ ਹੈ ਉਹਦੀ ਵਿਚਾਰ ਆਪਦੇ ਸਨਮੁਖ ਰੱਖਾਂਗੇ ਜੀ। ਭੁੱਲ ਚੁੱਕ ਖਿਮਾ ਕਰਨੀ, ਅੱਗੇ ਦੋ ਸਮਤ ਬਖਸ਼ਣੀ। ਆਸੇ 68 ਸਾਢੇ ਚਾਰੇ ਖਾਣੀ ਕੀ ਹੈ ਵਰਤਨ ਸਗਲ ਸੰਸਾਰੇ। ਕਹਿ ਰਵਿਦਾਸ ਨਾਮ ਤੇਰੋ ਆਰਤੀ ਸਤ ਨਾਮ ਹੈ ਹਰ ਭੋਗ ਤੁਹਾਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।